ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਪ੍ਰਾਈਮ ਟਾਈਮ ਸ਼ੋਅ ਦਾ ਦੂਜਾ ਭਾਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ ਤੇ ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੁਹਾਡੀ ਸੇਵਾ 'ਚ ਹਾਜ਼ਰ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਜੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਤੇ ਮੈਂ ਤੇ ਹਰਜੀਤ ਗਿੱਲ ਤੁਹਾਡੇ ਨਾਲ ਹੈ ਜੀ ਹੁਣ ਇਸ ਵੇਲੇ ਟੀਵੀ ਪੰਜਾਬੀ ਦੁਨੀਆ ਦੇ ਇਸ ਸਾਡੇ ਸਪੈਸ਼ਲ ਨਿਊਜ਼ ਸੈਗਮੈਂਟ ਦੇ ਵਿੱਚ। ਜੀ ਹਰਜੀਤ ਗਿੱਲ ਜੀ, ਸਭ ਤੋਂ ਪਹਿਲਾਂ ਮੈਨੂੰ ਲੱਗਦਾ ਦਸਾਂਝ ਸਾਹਿਬ ਆਪਾਂ ਸਿਆਸਤ ਦੀ ਗੱਲ ਕਰਨ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰ ਲਈਏ। ਦਿੱਲੀ 2 ਦਿਨ ਲਈ 26 ਤੇ 27 ਤਰੀਕ ਨੂੰ ਜਿਹੜਾ ਸੈਮੀਨਾਰ ਉਹ ਕਰ ਰਹੇ ਸੀ, ਇੱਕ ਵੱਡੀ ਕਾਨਫਰੰਸ ਕਰ ਰਹੇ ਸੀ, ਉੱਥੋਂ ਦੀਆਂ ਕੁਝ ਖਬਰਾਂ ਆ ਰਹੀਆਂ ਨੇ ਜਿਸ 'ਚ ਖਾਸ ਕਰਕੇ ਟਕੈਤ ਸਾਹਿਬ ਦੀ ਖਬਰ ਨੂੰ ਹਾਈਲਾਈਟ ਕੀਤਾ। ਟ੍ਰਿਬਿਊਨ ਅਖਬਾਰ ਨੇ ਵੀ ਮਨਤੀਰ ਦਿਓਲ ਹੋਰਾਂ ਦੀ ਦਿੱਲੀ ਤੋਂ ਲੱਗੀ ਰਿਪੋਰਟ ਦੇ ਮੁਤਾਬਕ ਟਕੈਤ ਸਾਹਿਬ ਨੇ ਕਿਹਾ ਆ ਕਿ ਦੇਸ਼ ਨੂੰ ਨਿੱਜੀ ਹੱਥਾਂ 'ਚ ਦੇਣ ਦੀ ਨੀਤੀ ਲਾਗੂ ਕਰ ਰਹੀ ਹੈ ਸਰਕਾਰ। ਟਕੈਤ ਦਾ ਬਿਆਨ, ਵੈਸੇ ਇਹ ਚੀਜ਼ਾਂ ਸਾਨੂੰ ਸਭ ਨੂੰ ਸਪਸ਼ਟ ਨੇ, ਪਰ ਜਦੋਂ ਕੋਈ ਇਸ ਤਰ੍ਹਾਂ ਦਾ ਲੀਡਰ, ਵੱਡਾ ਅੰਦੋਲਨਕਾਰੀ ਲੀਡਰ ਗੱਲ ਕਰਦਾ ਤੇ ਉਹਦੇ ਮਾਇਨੇ ਕੁਝ ਹੋਰ ਹੁੰਦੇ ਆ, ਉਹ ਲੋਕਾਂ ਤੱਕ ਪਹੁੰਚਦੀ ਆ। ਆਪਾਂ ਭਾਵੇਂ ਰੋਜ਼ ਕਹਿੰਦੇ ਰਹਿੰਦੇ ਆ, ਸਾਨੂੰ ਪਤਾ ਕਿ ਸਰਕਾਰ ਦੀਆਂ ਨੀਤੀਆਂ ਕੀ ਨੇ, ਪਰ ਜਦੋਂ ਕੋਈ ਲੀਡਰ, ਅੰਦੋਲਨਕਾਰੀ ਲੀਡਰ ਇਹ ਗੱਲਾਂ ਉਸ ਪਲੇਟਫਾਰਮ ਤੋਂ ਕਹਿੰਦਾ ਤਾਂ ਉਹਦੇ ਅਰਥ ਵੀ ਡੂੰਘੇ ਹੁੰਦੇ ਆ ਤੇ ਉਹ ਲੋਕਾਂ ਨੂੰ ਸਮਝ ਵੀ ਆਉਂਦੀ ਆ। ਦੇਖੋ ਗੱਲ ਇਹ ਆ ਵੀ ਇਹ ਰਾਕੇਸ਼ ਟਕੈਤ ਦਾ ਕਹਿਣਾ ਆਪਣੇ ਆਪ ਦੇ ਵਿੱਚ ਇਸ ਕਰਕੇ ਅਹਿਮ ਹੋ ਜਾਂਦਾ ਹੈ ਕਿ 9 ਮਹੀਨੇ ਜਦੋਂ ਕਿਸਾਨ ਅੰਦੋਲਨ ਨੂੰ ਹੋ ਗਏ ਨੇ ਤਾਂ ਇਹਨਾਂ 9 ਮਹੀਨਿਆਂ ਦੇ ਵਿੱਚ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਵੱਖ-ਵੱਖ ਕਿਸਾਨ ਆਗੂਆਂ ਨੇ ਇਹ ਗੱਲਾਂ ਕੀਤੀਆਂ ਤੇ ਇਹ ਗੱਲਾਂ ਹੁਣ ਮੈਚਿਓਰ ਹੋ ਗਈਆਂ ਕਿ ਲੜਾਈ ਜਿਹੜੀ ਹੈ ਅਸਲ ਦੇ ਵਿੱਚ ਉਹ ਕੇਵਲ 3 ਖੇਤੀ ਕਾਨੂੰਨਾਂ ਦੇ ਖਿਲਾਫ ਨਹੀਂ ਹੈ ਜਾਂ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਨਹੀਂ ਹੈ, ਸਗੋਂ ਲੜਾਈ ਸਿੱਧਤ ਹੈ ਉਹਨਾਂ ਨੀਤੀਆਂ ਦੇ ਖਿਲਾਫ ਜਿਹੜੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਹੌਲੀ-ਹੌਲੀ ਸਾਰਾ ਕੁਝ ਜਿਹੜਾ ਆ ਉਹਨੂੰ ਨਿੱਜੀ ਹੱਥਾਂ 'ਚ ਦੇਣ ਵਾਲੀਆਂ। ਈਵਨ ਉਸ ਤੋਂ ਵੀ ਅੱਗੇ ਜਾ ਕੇ ਕਈ ਵਾਰ ਇਹ ਗੱਲਾਂ ਹੋ ਚੁੱਕੀਆਂ ਨੇ। ਵੱਡੇ ਲੀਡਰਾਂ ਨੇ, ਰਾਕੇਸ਼ ਟਕੈਤ ਉਹਨਾਂ ਨੇ ਤਾਂ ਕਿਹਾ ਪਰ ਜਿਹੜੇ ਬਾਕੀ ਵੱਡੇ ਲੀਡਰ ਵੀ ਹੈ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ। ਜੋਗਿੰਦਰ ਗੁਰਾਹਾਂ ਉਹਨਾਂ ਨੇ ਤਾਂ ਸਾਫ਼ ਤੌਰ ਤੇ ਗੱਲ ਕਹੀ ਕਈ ਵਾਰ ਕਿ ਸਾਡੀ ਲੜਾਈ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਤਾਂ ਵਰਲਡ ਕਾਰਪੋਰੇਟ ਦੇ ਖਿਲਾਫ ਹੈ। ਸੋ ਇਹ ਬੜੀ ਸਪਸ਼ਟ ਜਿਹੀ ਗੱਲ ਹੋ ਗਈ ਆ ਹੁਣ ਵੀ 9 ਮਹੀਨਿਆਂ ਦੀ ਲੜਾਈ ਦੇ ਦੌਰਾਨ ਲੜਾਈ ਦਾ ਕੇਂਦਰ ਬਿੰਦੂ ਜਿਹੜਾ ਹੌਲੀ-ਹੌਲੀ ਸਪਸ਼ਟ ਹੁੰਦਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਇਹ ਵੀ ਸਪਸ਼ਟ ਹੁੰਦਾ ਜਾ ਰਿਹਾ ਹੈ ਵੀ 3 ਖੇਤੀ ਕਾਨੂੰਨ ਜਿਹੜੇ ਆ ਉਹਨੂੰ ਰੱਦ ਕਰਾਉਣ ਦੀ ਜਿਹੜੀ ਜਿੱਤ ਹੈ, ਜੇ ਜਿੱਤ ਹੁੰਦੀ ਆ, ਹੋਣੀ ਹੈ ਜਿੱਤ, ਤਾਂ ਉਹ ਵੀ ਉਹ ਅੰਤਮ ਜਿੱਤ ਨਹੀਂ ਆ, ਉਸ ਤੋਂ ਬਾਅਦ ਵੀ ਬੜੀਆਂ ਲੜਾਈਆਂ ਜਿਹੜੀਆਂ ਪਈਆਂ। ਸੋ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਦੂਸਰਾ ਦਿਨ ਸਾਡੇ ਭਾਰਤ ਦੇ ਮੁਤਾਬਕ ਦੂਜਾ ਦਿਨ ਹੋ ਜਾਣਾ ਹੈ ਜਦੋਂ 9 ਮਹੀਨੇ ਪੂਰੇ ਹੋਣ ਤੋਂ ਬਾਅਦ ਦੇਸ਼ ਦੀਆਂ 471 ਕਿਸਾਨ ਜਥੇਬੰਦੀਆਂ ਦੇ 1500 ਨੁਮਾਇੰਦੇ ਉੱਥੇ ਜੁੜ ਕੇ ਬੈਠੇ ਨੇ ਸਿੰਘੂ ਬਾਰਡਰ ਤੇ, ਜਿਹੜੇ ਨਿੱਠ ਕੇ ਵਿਚਾਰ ਕਰ ਰਹੇ ਨੇ ਕਿ ਹੁਣ ਤੱਕ 9 ਮਹੀਨੇ ਦੌਰਾਨ ਜਿਹੜੀ ਲੜਾਈ ਲੜੀ ਗਈ ਹੈ ਵੀ ਉੱਥੇ ਅਸੀਂ ਕਿੱਥੇ ਕੁਝ ਗਲਤੀਆਂ ਕੀਤੀਆਂ, ਕਿਹੜੀਆਂ ਪ੍ਰਾਪਤੀਆਂ, ਤੇ ਹੁਣ ਅਗਲਾ ਪੜਾਅ ਜਿਹੜਾ ਆ ਉਹ ਕਿਸ ਤਰ੍ਹਾਂ ਸਰ ਕੀਤਾ ਜਾਣਾ ਚਾਹੀਦਾ ਹੈ। ਨਾਲ ਦੀ ਨਾਲ 5 ਸਤੰਬਰ ਦੇ ਸੱਦੇ ਦਿੱਤੇ ਜਾ ਰਹੇ ਨੇ। 5 ਸਤੰਬਰ ਨੂੰ ਕੇਵਲ ਮਹਿਦੂਦ ਨਹੀਂ ਕੀਤਾ ਜਾ ਰਿਹਾ ਕਿ ਇੱਕ ਕਿਸਾਨ ਮਹਾਪੰਚਾਇਤ ਹੈ ਜਾਂ ਇਹ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਮਹਾਪੰਚਾਇਤ ਹੈ, ਉਹਨੂੰ ਦੇਸ਼ ਪੱਧਰ ਦੀ ਮਹਾ ਕਿਸਾਨ ਰੈਲੀ ਵਿੱਚ ਤਬਦੀਲ ਕੀਤਾ ਜਾ ਰਿਹਾ। ਮੈਨੂੰ ਕੱਲ ਥੋੜੀ ਖੁਸ਼ੀ ਵੀ ਹੋਈ ਬਈ ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣੇ ਦੇ ਕਿਸਾਨ ਆਗੂ ਨੇ, ਇੱਕ ਵਾਰ, 2 ਵਾਰ, ਕਈ ਵਾਰ ਉਹ ਥਿੜਕਦੇ ਪ੍ਰਤੀਤ ਹੁੰਦੇ ਰਹੇ ਨੇ। ਪਿਛਲੇ ਕੁਝ ਦਿਨਾਂ 'ਚ ਤਾਂ ਕਾਫੀ ਜ਼ਿਆਦਾ ਇਹਦੇ ਤੇ ਗੱਲਾਂ ਵੀ ਹੋਈਆਂ, ਆਪਾਂ ਵੀ ਕੀਤੀ ਸੀ, ਪਰ ਕੱਲ ਉਹਨਾਂ ਨੇ ਨਿੱਜੀ ਇੱਕ ਵੀਡੀਓ ਜਾਰੀ ਕਰਕੇ ਆਪਣੀ ਜਿਹੜੀ ਉਹਨਾਂ ਦੀ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਚੜੂਨੀ, ਉਹਦੇ ਥੱਲੇ ਤੱਕ ਬਲਾਕ ਪੱਧਰ ਦੇ ਆਗੂਆਂ ਨੂੰ ਸੱਦਾ ਦਿੱਤਾ, ਇਹ ਕਹਿ ਕੇ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆ ਵੀ 5 ਸਤੰਬਰ ਨੂੰ ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦਾ ਮਹਾ ਇਕੱਠ ਹੋ ਰਿਹਾ ਹੈ ਤੇ ਤੁਸੀਂ
ਤਿਆਰੀਆਂ ਕਰ ਲਓ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰਾ ਹਰਿਆਣਾ ਜਿਹੜਾ ਆ ਅੰਦੋਲਨ 'ਚ ਜਿਹੜਾ ਹੁਣ ਤੱਕ ਸ਼ਾਮਲ ਰਿਹਾ, ਉਹ ਸਾਰਾ ਹਰਿਆਣੇ ਦੇ ਕਿਸਾਨ ਜਿਹੜੇ ਉੱਥੇ ਪਹੁੰਚਣੇ ਚਾਹੀਦੇ ਆ। ਸੋ ਜਿਹੜੀਆਂ ਥੋੜ੍ਹੀਆਂ ਬਹੁਤ ਕਈ ਵਾਰ ਸੱਟਾਂ ਵੀ ਵੱਜਦੀਆਂ ਦਿਖਾਈ ਦਿੰਦੀਆਂ ਰਹੀਆਂ ਕਿਸਾਨ ਅੰਦੋਲਨ ਨੂੰ, ਉਹ ਵੀ ਠੀਕ ਹੁੰਦੀਆਂ ਪ੍ਰਤੀਤ ਹੋ ਰਹੀਆਂ ਤੇ ਅੰਦੋਲਨ ਜਿਹੜਾ ਹੈ ਸਹੀ ਦਿਸ਼ਾ 'ਚ ਜਾ ਰਿਹਾ। ਤੇ ਕੱਲ ਵੀ ਕੁਝ ਥੋੜੀ ਬਦਮਗਜ਼ੀ ਪੈਦਾ ਹੋਈ ਸੀ ਉੱਥੇ, ਜਦੋਂ ਰੁਲਦੂ ਸਿੰਘ ਮਾਨਸਾ ਤੇ ਜੋਗਿੰਦਰ ਗਰਾਹਾਂ ਸਿੰਘੂ ਦੀ ਸਟੇਜ ਤੇ ਸੀਗੇ ਤੇ ਕੌਮੀ ਸੈਮੀਨਾਰ ਸ਼ੁਰੂ ਹੋਇਆ, ਤਾਂ ਕੁਝ ਨਿਹੰਗਾਂ ਨੇ ਉੱਥੇ ਨਾਅਰੇਬਾਜ਼ੀ ਕੀਤੀ ਰੁਲਦੂ ਸਿੰਘ ਮਾਨਸਾ ਦੇ ਖਿਲਾਫ। ਉਹਨੂੰ ਵੀ ਬੜੇ ਤਹੱਮਲ ਦੇ ਨਾਲ ਸਾਰਟ ਆਊਟ ਕਰ ਲਿਆ ਗਿਆ, ਇਹ ਕਹਿ ਕੇ ਕਿ ਦੇਖੋ ਇਹ ਕੌਮੀ ਸੰਮੇਲਨ ਹੈ, ਦੇਸ਼ ਭਰ ਤੋਂ ਲੋਕ ਆਏ ਹੋਏ ਨੇ, ਵੀ ਇਹ ਚੰਗਾ ਨਹੀਂ ਲੱਗਦਾ ਵੀ ਤੁਸੀਂ ਕੁਝ ਇੱਕ ਜਿਹੜੀਆਂ ਗੱਲਾਂ ਹੋ ਚੁੱਕੀਆਂ, ਪਹਿਲਾਂ ਲੰਘ ਚੁੱਕੀਆਂ, ਜਿਹਦੇ ਤੇ ਸਫਾਈਆਂ ਵੀ ਦਿੱਤੀਆਂ ਜਾ ਚੁੱਕੀਆਂ, ਵੀ ਉਹਨੂੰ ਲੈ ਕੇ ਤੁਸੀਂ ਇਸ ਤਰੀਕੇ ਦੀ ਨਾਅਰੇਬਾਜ਼ੀ ਕਰੋ ਤੇ ਉਹ ਸਾਰਾ ਮਸਲਾ ਵੀ ਹੱਲ ਹੋ ਗਿਆ। ਸੋ ਅੰਦੋਲਨ ਹੈ, ਅੰਦੋਲਨ 'ਚ ਥੋੜ੍ਹੀਆਂ ਬਹੁਤ ਵਾਧਾ ਘਾਟਾਂ ਵੀ ਰਹਿ ਜਾਂਦੀਆਂ, ਪਰ ਅੰਦੋਲਨ ਨੇ ਹੁਣ ਤੱਕ 9 ਮਹੀਨੇ ਦੇ ਦੌਰਾਨ ਜਿੱਥੇ ਇੱਕ ਨਵੀਂ ਹਿਸਟਰੀ ਕ੍ਰੀਏਟ ਕੀਤੀ ਹੈ, ਉੱਥੇ ਸਾਰੇ ਖਤਰੇ ਜਿਹੜੇ ਹੈ ਉਹਨਾਂ ਵਿੱਚੋਂ ਵੀ ਪਾਰ ਜਾਂਦਿਆਂ ਹੋਇਆ ਇੱਕ ਨਵੀਂ ਦਿਸ਼ਾ ਫੜਨ ਵੱਲ ਕਦਮ ਪੁੱਟ ਰਿਹਾ ਤੇ ਉਹਦੇ 'ਚ ਲੜਾਈ ਦੇ ਕੇਂਦਰ ਬਿੰਦੂ ਕੀ ਹੋਣ, ਉਹ ਵੀ ਚੀਜ਼ਾਂ ਜਿਹੜੀਆਂ ਸਪਸ਼ਟ ਹੁੰਦੀਆਂ ਜਾ ਰਹੀਆਂ। ਜੀ ਦਸਾਂਝ ਸਾਹਿਬ, ਤੁਸੀਂ ਚੰਡੂਨੀ ਦਾ ਜ਼ਿਕਰ ਕੀਤਾ ਆ, ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਜਦੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਕਿ ਮੈਂ ਹੁਣ ਜਿਹੜੀਆਂ 32 ਜਥੇਬੰਦੀਆਂ ਉਹਨਾਂ 'ਚ ਸ਼ਾਮਲ ਨਹੀਂ ਆ, ਪਰ ਮੈਂ ਸੰਯੁਕਤ ਮੋਰਚੇ ਦੀ ਹਰ ਇੱਕ ਕਾਲ ਦੇ ਉੱਤੇ ਪਹਿਰਾ ਦੇਵਾਂਗਾ। ਇਹ ਗੱਲ ਠੀਕ ਹੈ। ਤੇ ਜਿਹੜੀ ਹੁਣ ਇਹ ਕਾਨਫਰੰਸ ਹੋ ਰਹੀ ਆ 2 ਦਿਨਾਂ, ਉਹਦੇ ਤੋਂ ਵੀ ਇੱਕ ਬਿਆਨ ਆ ਰਿਹਾ ਚੰਦੂਨੀ ਸਾਹਿਬ ਦਾ ਕਿ ਉਹ ਉੱਥੇ ਸ਼ਾਮਲ ਸੀਗੇ ਉਸ ਕਾਨਫਰੰਸ 'ਚ, ਉਹ ਸਟੇਜ ਤੋਂ ਬੋਲ ਰਹੇ ਨੇ ਅਜੇ ਵੀ। ਜੇ ਉਹਨਾਂ ਆਪਣੇ ਆਪ ਨੂੰ ਵੱਖ ਕਰ ਲਿਆ ਤੇ ਉੱਥੋਂ ਬੋਲਣ ਦਾ ਅਧਿਕਾਰ ਉਹਨਾਂ ਕੋਲ ਸੀਗਾ। ਦੇਖੋ ਗੱਲ ਇਹ ਆ ਵੀ ਜਿੱਦਾਂ ਦਾ ਸੱਦਾ ਉਹਨਾਂ ਨੇ ਦਿੱਤਾ ਹੁਣ ਵੀਡੀਓ ਜਾਰੀ ਕਰਕੇ, ਉਹਦੇ ਤੋਂ ਤਾਂ ਲੱਗਦਾ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ, ਵੈਸੇ ਤਾਂ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਨੂੰ ਅਸੀਂ ਜਿਹੜਾ ਆ ਉਹ ਨੇਪਰੇ ਚਾੜਾਂਗੇ ਤੇ ਉਹ ਹਰ ਸੱਦੇ ਨੂੰ ਲਾਗੂ ਕੀਤਾ ਜਾਏਗਾ। ਤੇ ਜਿਵੇਂ ਕੱਲ ਵੀਡੀਓ ਜਾਰੀ ਕਰਕੇ ਉਹਨਾਂ ਨੇ ਸੱਦਾ ਵੀ ਦਿੱਤਾ, ਉਹਦੇ 'ਚ ਵੀ ਸਪਸ਼ਟ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕੋਈ ਵੀ ਕਿਸੇ ਵੀ ਕਿਸਮ ਦੀ ਸਰਗਰਮੀ ਆ ਉਹਦੇ 'ਚ ਪੂਰੀ ਤਰ੍ਹਾਂ ਸ਼ਾਮਲ ਨੇ। ਤੇ ਇਹ ਜਿਹੜਾ ਸੈਮੀਨਾਰ ਹੈ ਉਹਦੇ 'ਚ ਦੇਖੋ ਜਿਹੜੀ ਸਟੇਜ ਹੋਰ ਗੱਲ ਹੈ, ਤੇ ਜਦੋਂ ਤੁਸੀਂ ਜਿਹੜੀ ਰੂਟੀਨ ਦੀ ਸਟੇਜ ਚੱਲਦੀ ਆ ਉਹ ਹੋਰ ਗੱਲ ਹੈ। ਜਦੋਂ ਦੇਸ਼ ਪੱਧਰ ਦੇ ਕਿਸਾਨ ਨੁਮਾਇੰਦਿਆਂ ਨੂੰ ਬੁਲਾਇਆ ਹੋਵੇ ਤੇ ਉੱਥੇ ਜੇ ਕੋਈ ਆਉਂਦਾ ਆ ਤੇ ਉਹਨਾਂ ਸਾਰਿਆਂ ਨੂੰ ਜਿਹੜੇ ਖਾਸ ਤੌਰ ਦੇ ਉੱਤੇ ਹਿੱਸਾ ਰਹੇ ਹੋਣ ਤੇ ਬਕਾਇਦਾ ਉਹਨਾਂ ਨਾਲ ਤੈਅ ਵੀ ਹੋਇਆ ਹੋਏਗਾ ਲਾਜ਼ਮੀ ਤੌਰ ਦੇ ਉੱਤੇ, ਤੇ ਉਹਨਾਂ ਦਾ ਉਹਦੇ 'ਚ ਸ਼ਾਮਲ ਹੋਣਾ ਕੋਈ ਬਹੁਤੀ ਅੱਲੋਕਾਰ ਗੱਲ ਨਹੀਂ, ਸਗੋਂ ਚੰਗੀ ਗੱਲ ਹੈ। ਅੰਦੋਲਨ ਨੂੰ ਜਿਹੜਾ ਹੋਰ ਜ਼ਿਆਦਾ ਬਲ ਮਿਲਦਾ ਹੈ ਤੇ ਜਿਹੜੇ ਕੁਝ ਭਰਮ ਭੁਲੇਖੇ ਆ ਉਹ ਵੀ ਦੂਰ ਹੁੰਦੇ ਆ। ਦੇਖੋ ਜਿਹੜਾ ਚੋਣਾਂ ਵਾਲਾ ਇਸ਼ੂ ਸੀ ਉਹਦੇ ਤਾਂ ਉਹ ਰਿਵਰਸ ਕਰ ਗਏ ਸੀ ਬਿਲਕੁਲ। 2-3 ਦਿਨ ਰੌਲਾ ਪੈਂਦਾ ਰਿਹਾ, ਆਪਾਂ ਵੀ ਉੱਥੇ ਜ਼ਿਕਰ ਕੀਤਾ ਸੀ। ਵਪਾਰੀਆਂ ਨੇ ਜਿਹੜੀ ਇੱਕ ਪਾਰਟੀ ਬਣਾਈ ਹੈ, ਉਹਨਾਂ ਨੇ ਸੀਐਮ ਦਾ ਕੈਂਡੀਡੇਟ ਐਲਾਨਣ ਦੀ ਜਿਹੜੀ ਗੱਲ ਕੀਤੀ ਸੀ ਗੁਰਨਾਮ ਸਿੰਘ ਚੜੂਨੀ ਨੂੰ, ਉਹ ਬਾਅਦ ਵਿੱਚ 2 ਦਿਨਾਂ 'ਚ ਉਹ ਟੈਸਟਿੰਗ ਹੋ ਗਈ ਸੀ ਕਿ ਥੱਲੇ ਕਿੱਦਾਂ ਦਾ ਰਿਸਪੌਂਡ ਕਰਦੇ ਨੇ ਲੋਕ। ਉਹ ਕਾਫੀ ਤਿੱਖਾ ਵਿਰੋਧ ਸੀ ਉਸ ਮਸਲੇ ਦੇ ਉੱਤੇ, ਤੇ ਚੜੂਨੀ ਸਾਹਿਬ ਜਿਹੜੇ ਆ ਉਹ ਨਾਲ ਦੀ ਨਾਲ ਜਿਹੜਾ ਰਿਵਰਸ ਕਰ ਗਏ ਸੀ ਉਸ ਮਸਲੇ ਨੂੰ। ਸੋ ਮੈਂ ਸਮਝਦਾ ਚੰਗੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਧਿਰਾਂ ਹੋਰ ਨੇ, ਜਿਹੜੀਆਂ ਘੱਟੋ ਘੱਟ ਕਿਸਾਨ ਧਿਰਾਂ ਨੇ, ਕੁਝ ਹੋਰ ਧਿਰਾਂ ਵੀ ਨੇ ਜਿਹੜੇ ਵਿਅਕਤੀ ਵਿਸ਼ੇਸ਼ ਨੇ, ਉਹਨਾਂ ਦਾ ਮੈਂ ਜ਼ਿਕਰ ਨਹੀਂ ਕਰ ਰਿਹਾ। ਉਹ ਵਿਅਕਤੀ ਵਿਸ਼ੇਸ਼ ਜਿਹੜੇ ਆ ਉਹਨਾਂ ਨੇ ਬੜੀ ਵਾਰ ਏਕਤਾ ਦਾ ਜਿਹੜਾ ਰਟਨ ਰਟਿਆ, ਪਰ ਹਮੇਸ਼ਾ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਲੀਡਰਸ਼ਿਪ ਨੂੰ ਨੁਕਤਾਚੀਨੀ ਦਾ ਸੈਂਟਰ ਬਣਾ ਕੇ ਰੱਖਿਆ। ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ, ਪਰ ਜਿਹੜੀਆਂ ਕਿਸਾਨ ਧਿਰਾਂ ਨੇ ਉਹਨਾਂ ਦੇ ਥੋੜੇ ਬਹੁਤ ਰੂਸੇ, ਥੋੜੇ ਬਹੁਤ ਗਿਲੇ, ਥੋੜੇ ਬਹੁਤ ਮਤਭੇਦ ਜਿਹੜੇ ਆ ਉਹ ਐਡੇ ਵੱਡੇ ਅੰਦੋਲਨ ਦੇ ਵਿੱਚ ਲਗਾਤਾਰ ਚੱਲਿਆ ਕਰਦੇ ਆ, ਤੇ ਪਰ ਉਹ ਨਾਲ ਦੀ ਨਾਲ ਸਾਰਟ ਆਊਟ ਵੀ ਹੁੰਦੇ ਰਹਿੰਦੇ ਆ। ਸੋ ਅੰਦੋਲਨ ਜਿਹੜਾ ਆ ਉਹ ਹੋਰ ਰਫ਼ਤਾਰ ਫੜਨ ਵਾਲਾ ਹੈ, ਹੋਰ ਤੇਜ਼ੀ ਫੜਨ ਵਾਲਾ ਹੈ। ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਪੰਜਾਬ ਤੋਂ ਵੀ ਤੇ ਹਰਿਆਣੇ ਤੋਂ ਵੀ, ਸਪੈਸ਼ਲੀ ਪੰਜਾਬ 'ਚ ਜਿਹੜਾ ਗੰਨਾ ਕਾਸ਼ਤਕਾਰਾਂ ਦਾ ਅੰਦੋਲਨ ਜਿਹੜਾ ਜਿੱਤ ਤੱਕ ਪਹੁੰਚਿਆ, ਉਸ ਤੋਂ ਬਾਅਦ ਜਿਹੜੇ ਸੱਦੇ ਦਿੱਤੇ ਆ ਕਿਸਾਨ ਆਗੂਆਂ ਨੇ ਕਿ ਹੁਣ ਤੁਸੀਂ ਦਿੱਲੀ ਵੱਲ ਵਹੀਰਾ ਕੱਤੋ, ਉਹਦਾ ਅਸਰ ਦਿਖਣਾ ਜਿਹੜਾ ਆ ਉਹ ਸ਼ੁਰੂ ਹੋ ਗਿਆ। ਦਸਾਂਝ ਸਾਹਿਬ, ਜਿਹੜੇ ਲੀਡਰਾਂ ਦੇ ਉੱਥੋਂ ਬਿਆਨ ਆ ਰਹੇ ਨੇ, ਇੱਕ ਤੇ ਵੱਡਾ ਬਿਆਨ ਟਕੈਤ ਸਾਹਿਬ ਦਾ ਆ। ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਕਿ ਜਦੋਂ ਅਸੀਂ ਰੋਜ਼ ਇਹ ਗੱਲਾਂ ਕਰਦੇ ਆ ਲੋਕਾਂ ਨੂੰ ਇਹ ਪਤਾ ਆ, ਪਰ ਜਦੋਂ ਇੱਕ ਐਡੇ ਵੱਡੇ ਅੰਦੋਲਨ ਦੇ ਪਲੇਟਫਾਰਮ ਤੋਂ ਗੱਲ ਕਹੀ ਜਾਂਦੀ ਆ ਤੇ ਕੋਈ ਵੱਡਾ ਆਦਮੀ ਕਹਿੰਦਾ ਆ ਜਾਂ
ਇੱਕ ਨਾਮਵਰ ਆਦਮੀ ਜਿਹੜਾ ਜਿਹਦਾ ਨਾਂ ਇਸ ਵੇਲੇ ਅੰਦੋਲਨ 'ਚ ਭਖਿਆ ਹੁੰਦਾ, ਉਹ ਕਹਿੰਦਾ ਤੇ ਲੋਕਾਂ ਨੂੰ ਉਹ ਗੱਲ ਸਮਝ ਜ਼ਿਆਦਾ ਆਉਂਦੀ ਆ ਤੇ ਉਹ ਪਹੁੰਚਦੀ ਆ। ਟਕੈਤ ਸਾਹਿਬ ਨੇ ਜਿਵੇਂ ਕਿਹਾ ਕਿ ਸਰਕਾਰ ਪੂਰੇ ਦੇਸ਼ ਨੂੰ ਨਿੱਜੀ ਹੱਥਾਂ 'ਚ ਦੇ ਰਹੀ ਆ, ਉਹਦੀ ਨੀਤੀ ਇਹ ਆ। ਤੇ ਪਟਨੇ ਤੋਂ ਆਏ ਨੇ ਇੱਕ ਲੀਡਰ ਜਿਹੜੇ ਰਾਜਾ ਰਾਮ ਸਿੰਘ ਪਟਨਾ ਵਾਲੇ, ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਆ ਉਹ 2006 ਤੋਂ ਹੀ ਜਿਹੜੀ MSP ਉਹ ਬੰਦ ਕੀਤੀ ਹੋਈ ਆ, ਤੇ ਇਹਦੇ ਨਾਲ ਜਿਹੜੇ ਬੇਜ਼ਮੀਨੇ ਵਾਹੀਕਾਰ ਨੇ ਜਾਂ ਮਾਲਕੀ ਵਾਲੇ ਕਿਸਾਨ ਵੀ ਨੇ, ਉਹ ਜਿਹੜੇ ਆ ਉਹਨਾਂ ਤੇ ਬੜਾ ਬੁਰਾ ਅਸਰ ਹੋਇਆ, ਕਿਉਂਕਿ ਉਹਨਾਂ ਦੀ ਦੋਵਾਂ ਦੀ ਨਾ ਇੱਕ ਦੂਜੇ ਦੇ ਉੱਤੇ ਨਿਰਭਰਤਾ ਆ। ਜੇ ਕਿਸਾਨ ਦੇ ਕੋਲ ਕੁਝ ਹੋਏਗਾ ਤੇ ਜਿਹੜਾ ਬੇਜ਼ਮੀਨਾ ਕਿਸਾਨ ਹੈ ਉਹਦੇ ਨਾਲ ਕੰਮ ਕਰ ਰਿਹਾ ਤੇ ਉਹ ਉਹਦੇ ਨਾਲ ਜੁੜ ਕੇ ਹੀ ਆਪਣਾ ਰੋਜੀ ਰੋਟੀ ਕਰਦਾ ਹੈ। ਤੇ ਉਹਨਾਂ ਨੇ ਕਿਹਾ ਕਿ MSP ਬੰਦ ਹੋਣ ਨਾਲ ਬਹੁਤ ਬੁਰਾ ਅਸਰ ਜਿਹੜਾ ਉਹ ਸਾਡੇ ਤੇ ਹੋਇਆ। ਪਰ ਜਿੱਥੋਂ ਤੱਕ ਚੰਦੂਨੀ ਸਾਹਿਬ ਦਾ ਸੰਬੰਧ ਆ, ਉਹਨਾਂ ਦੇ ਬਿਆਨ ਚੋਂ ਉਹੀ ਟੋਨ ਨਜ਼ਰ ਆਉਂਦੀ। ਉਹਨਾਂ ਨੇ ਕਿਹਾ ਕਿ ਜਿਹੜੀ ਪਿਛਲੀ ਸਰਕਾਰ ਬਣੀ ਸੀ ਕਾਂਗਰਸੀਆਂ ਦੀ, ਕੈਪਟਨ ਸਾਹਿਬ ਦੀ ਜਿਹੜੀ ਮੌਜੂਦਾ ਸਰਕਾਰ ਆ, ਉਹਨੂੰ 69 ਲੱਖ ਵੋਟਾਂ ਪਈਆਂ ਸੀਗੀਆਂ ਤੇ ਕੱਲੇ ਪੰਜਾਬ ਦੇ ਕਿਸਾਨਾਂ ਦੀਆਂ ਹੀ 80 ਤੋਂ 90 ਲੱਖ ਵੋਟਾਂ ਨੇ। ਜੇ ਪੰਜਾਬ ਦੇ ਕਿਸਾਨ ਹੋਰਨਾਂ ਨੂੰ ਪਿੰਡਾਂ 'ਚ ਵੜਨਾ ਬੰਦ ਕਰ ਦੇਣ ਤੇ ਕਿਸਾਨਾਂ ਦੀ ਖੁਦ ਦੀ ਸਰਕਾਰ ਬਣ ਸਕਦੀ ਆ। ਯਾਨੀ ਕਿ ਉਹਨਾਂ ਦੀ ਟੋਨ ਹੈ ਜਿਹੜੀ ਉਹ ਸਿਆਸੀ ਹੈ ਕਿ ਕਿਸਾਨ ਹੀ ਆਪਣੀ ਸਰਕਾਰ ਬਣਾ ਲੈਣ ਤੇ ਬਿਹਤਰ ਹੈ। ਦੇਖੋ, ਬਿਹਾਰ ਵਾਲਾ ਮਾਮਲਾ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਵੀ 2006 ਤੋਂ ਉੱਥੇ MSP ਬੰਦ ਆ। ਹਾਲਾਤ ਕਾਫੀ ਬਦਤਰ ਨੇ ਤੇ ਜਿਹੜੀ ਨਰਿੰਦਰ ਮੋਦੀ ਸਾਹਿਬ ਕਹਿ ਰਹੇ ਨੇ ਬਾਰ-ਬਾਰ ਵੀ MSP ਸੀ ਹੈ ਤੇ ਰਹੇਗੀ, ਉਹਦਾ ਸੱਚ ਜਿਹੜਾ ਆ ਉਹ ਪਹਿਲਾਂ ਸਾਡੇ ਸਾਹਮਣੇ ਤਾਂ ਪਹਿਲਾਂ ਹੀ ਆ, ਪਰ ਬਿਹਾਰ ਦੇ ਕਿਸਾਨ ਆਗੂ ਦਾ ਆ ਕੇ ਉਹ ਸਾਰੀਆਂ ਗੱਲਾਂ ਦੱਸਣਾ ਤੇ ਇਹ ਆਪਣੇ ਆਪ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਜਾਂ ਖੁਦ ਨਰਿੰਦਰ ਮੋਦੀ ਆ, ਉਹ ਕਿਸ ਹੱਦ ਤੱਕ ਝੂਠ ਬੋਲ ਸਕਦੇ ਨੇ, ਕਿਉਂਕਿ ਉਹ ਬਿਹਾਰ ਵੀ ਇਹਦੇ 'ਚ ਹੈ, ਬਾਕੀ ਦੇਸ਼ ਦੇ ਕਿਸਾਨ ਵੀ ਨੇ। ਦੇਖੋ, ਜਿਹੜੀ MSP ਆ ਉਹਦਾ ਲਾਭ ਪੰਜਾਬ ਤੇ ਹਰਿਆਣੇ ਨੂੰ ਬਹੁਤਾ ਮਿਲਦਾ ਆ। ਜਿਹੜੀ 6% ਦੇ ਕਰੀਬ ਕਿਸਾਨ ਜਿਹੜੇ ਆ ਉਹਨਾਂ ਨੂੰ ਘੱਟੋ ਘੱਟ ਸਹਾਇਕ ਕੀਮਤ ਮਿਲਦੀ, ਉਹ ਵੀ ਕਣਕ ਤੇ ਝੋਨੇ ਤੇ। ਬਾਕੀ ਫਸਲਾਂ ਜਿਹੜੀਆਂ MSP ਦੇ ਅਧੀਨ ਆਉਂਦੀਆਂ ਨਹੀਂ। ਇਸੇ ਕਰਕੇ MSP ਦੇ ਗਰੰਟੀ ਕਾਨੂੰਨ ਬਣਵਾਉਣਾ ਉਹ ਇਸ ਅੰਦੋਲਨ ਦਾ ਜਿਹੜਾ ਸਭ ਤੋਂ ਅਹਿਮ ਮੰਗਾਂ ਦੇ ਵਿੱਚ ਸ਼ਾਮਲ ਹੈ। ਬਾਕੀ ਚੰਦੂਨੀ ਸਾਹਿਬ ਦਾ ਦੇਖੋ, ਜਿਨ੍ਹਾਂ ਦੀ ਵਿਚਾਰ ਪ੍ਰਕਿਰਿਆ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬੈਠੀਆਂ ਹੁੰਦੀਆਂ ਜਾਂ ਕੁਝ ਨਾ ਕੁਝ ਹੋਰ ਵੀ ਪਿੱਛੇ ਕਾਰਨ ਹੋ ਸਕਦੇ ਆ, ਉਹਨਾਂ ਨੇ ਬਾਰ-ਬਾਰ ਗੱਲ ਤਾਂ ਉਹ ਕਰਨੀ ਹੁੰਦੀ ਹੈ, ਪਰ ਜਿੱਦਾਂ ਮੈਂ ਜ਼ਿਕਰ ਕੀਤਾ ਪਹਿਲਾਂ ਵੀ ਇੱਕ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਸੀ, ਉਹਦੇ ਜਦੋਂ ਫੇਲਿਅਰ ਸਾਹਮਣੇ ਆਇਆ ਤੇ ਫਿਰ ਉਹ ਰਿਵਰਸ ਕਰ ਗਏ ਸੀ। ਪਰ ਫਿਰ ਵੀ ਉਹਨਾਂ ਦਾ ਕਹਿਣਾ ਬਾਰ-ਬਾਰ ਏਦਾਂ ਦੀਆਂ ਗੱਲਾਂ ਕਰਨਾ ਉਹਨਾਂ ਦਾ ਆਪਣਾ ਵਿਚਾਰ ਹੈ ਤੇ ਕਿਸਾਨ ਲੀਡਰਸ਼ਿਪ ਨੇ ਕਦੀ ਇਸ ਗੱਲ ਤੋਂ ਇਨਕਾਰ ਤਾਂ ਨਹੀਂ ਕੀਤਾ ਕਿ ਅਸੀਂ ਸਿਆਸਤ ਤੋਂ ਵੱਖਰੇ ਆ, ਸਿਆਸਤ ਤਾਂ ਨਾਲੋਂ ਨਾਲ ਚੱਲਦੀ ਹੁੰਦੀ ਹੈ। ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਸਾਡੇ ਸਾਹਮਣੇ ਇਸ ਵੇਲੇ ਜਿਹੜੀ ਕਹਿ ਲਓ ਵੀ ਮੱਛੀ ਦੀ ਅੱਖ ਵਾਂਗੂ ਜਿਹੜੇ 3 ਕੇਂਦਰੀ ਕਾਨੂੰਨ ਰੱਦ ਕਰਵਾਉਣਾ ਤੇ MSP ਤੇ ਗਰੰਟੀ ਕਾਨੂੰਨ ਬਣਾਉਣਾ ਸਭ ਤੋਂ ਅਹਿਮ ਹੈ। ਤੇ ਅੰਦੋਲਨ ਜਿੱਤਣ ਤੋਂ ਬਾਅਦ ਕਿਹਨੇ ਕਿਹੜੀ ਸਿਆਸਤ ਕਰਨੀ ਹੈ ਉਹਦੇ ਲਈ ਸਾਰੇ ਸੁਤੰਤਰ ਨੇ। ਪਰ ਹਾਲ ਫਿਲਹਾਲ ਕੋਈ ਚੋਣਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦਖਲਅੰਦਾਜ਼ੀ ਜਾਂ ਚੋਣਾਂ ਦੇ ਵਿੱਚ ਹਿੱਸਾ ਜਿਹੜਾ ਆ ਉਹ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਵੀ ਏਜੰਡਾ ਨਹੀਂ ਹੈ, ਉਹ ਸਾਫ਼ ਕਰ ਚੁੱਕੇ ਆ। ਏਦਾਂ ਦੇ ਬਿਆਨ ਬੂਨ ਆਉਂਦੇ ਰਹਿੰਦੇ ਆ ਤੇ ਚੰਦੂਨੀ ਸਾਹਿਬ ਦੀ ਆਦਤ ਵੀ ਆ, 2-4 ਦਿਨ ਸ਼ਾਂਤ ਰਹਿੰਦੇ ਆ, ਫਿਰ ਕੋਈ ਨਾ ਕੋਈ ਏਦਾਂ ਦੇ ਬਿਆਨ ਜਿਹਾ ਛੱਡ ਦਿੰਦੇ ਆ ਕਿ ਉਹਦੇ ਨਾਲ ਏਦਾਂ ਦੇ ਵਿਵਾਦ ਜਿਹਾ ਪੈਦਾ ਹੁੰਦਾ। ਪਰ ਇਸ ਵਿਵਾਦ ਦਾ ਕਿਸਾਨ ਅੰਦੋਲਨ ਤੇ ਕੋਈ ਅਸਰ ਨਾ ਪਵੇ, ਇਹਦਾ ਧਿਆਨ ਸਾਂਝੀ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹ ਲਗਾਤਾਰ ਰੱਖਦੀ ਹੈ। ਦਸਾਂਝ ਸਾਹਿਬ, ਕਾਂਗਰਸ ਦੀ ਸਿਆਸਤ ਦੀ ਥੋੜੀ ਜਿਹੀ ਗੱਲ ਕਰ ਲਈਏ। ਬੜੀ ਭਖੀ ਹੋਈ ਆ ਪਿਛਲੇ 4-5 ਮਹੀਨਿਆਂ ਤੋਂ ਤੇ ਲਗਾਤਾਰ ਰੋਜ਼ ਕਦੀ ਕੋਈ ਖਬਰ। ਆਪਾਂ ਕੋਈ ਐਸਾ ਦਿਨ ਨਹੀਂ ਹੁੰਦਾ ਜਿੱਦਣ ਪੰਜਾਬ ਕਾਂਗਰਸ ਦੇ ਧੜੇਬੰਦੀ ਦੀ ਖਬਰ ਨਹੀਂ ਆਉਂਦੀ। ਪਿਛਲੇ 2-3 ਦਿਨਾਂ ਤੋਂ ਤੇ ਅੰਤ ਹੀ ਹੋ ਗਿਆ ਸੀਗਾ ਇਸ ਗੱਲ ਦਾ ਕਿ ਸ਼ਾਇਦ ਕੈਪਟਨ ਸਾਹਿਬ ਘਰ ਚਲ ਜਾਣਗੇ ਕੱਲ ਤੱਕ, ਪਰਸੋਂ ਤੱਕ, ਇਦਾਂ ਦੀ ਕਿਆਸਰਾਈਆਂ ਲੱਗਣ ਲੱਗ ਸੀ। ਬਹੁਤ ਸਾਰੇ ਮੀਡੀਆ ਉਸਨੇ ਐਲਾਨ ਵੀ ਕਰ ਦਿੱਤਾ ਸੀਗਾ ਕਿ ਚਿਹਰਾ ਕਿਹੜਾ ਆ ਜਾਏਗਾ, ਸ਼ਾਇਦ ਨਵਤੇਜ ਨਾ ਬਣੇ, ਕਿਹਨੂੰ ਬਣਾਤਾ ਜਾਏਗਾ। ਕਈਆਂ ਨਾਲ ਤੇ ਨਵਜੋਤ ਸਿੱਧੂ ਦੀ ਥਾਂ ਤੇ ਸੁਖਵਿੰਦਰ ਸਿੰਘ ਰੰਧਾਵਾ ਨੂੰ ਵੀ CM ਦਾ ਚਿਹਰਾ ਪੇਸ਼ ਕਰ ਦਿੱਤਾ ਸੀਗਾ। ਪਰ ਹਾਲਾਤ ਪਲਟਦਿਆਂ ਦੇਰ ਨਹੀਂ ਲੱਗੀ ਤੇ ਅੱਜ ਕੁਝ ਹੋਰ ਸਥਿਤੀ ਦਿਖ ਰਹੀ ਆ। ਉਹ ਥੋੜੀ ਜਿਹੀ ਵਿਸਥਾਰ 'ਚ ਦੱਸੋ ਵੀ ਕੀ ਹੋਇਆ ਤੇ ਜਿਹੜੇ ਸਲਾਹਕਾਰ ਆ ਉਹਨਾਂ ਦੀ ਛੁੱਟੀ ਦਾ ਕੀ ਮਸਲਾ। ਹਰੀਸ਼ ਰਾਵਤ ਰਾਤ ਕਹਿ ਦਿੱਤਾ ਕਿ ਨਵਜੋਤ ਸਿੱਧੂ ਆਪਣੇ ਆਪ ਢਾ ਦੇਣ, ਨਹੀਂ ਤੇ ਭਰਾਈ ਕਮਾਂਡ ਜਿਹੜੀ ਉਹਨਾਂ ਨੂੰ ਢਾ ਦੂਗੀ।
ਇਹ ਕੀ ਪੋਜੀਸ਼ਨ ਬਣ ਰਹੀ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਸਿੱਧੂ ਸਾਹਿਬ ਉਹ ਹਟਾ ਦੇਣਗੇ ਹੁਣ ਜਾਂ ਹਾਈ ਕਮਾਂਡ ਆਰਡਰ ਕਰ ਦੂਗੀ? ਉਹਨਾਂ ਦੀ ਪੋਜੀਸ਼ਨ ਕੀ ਰਹੇਗੀ ਸਮਾਜ ਵਿੱਚ ਜਿਹੜੇ ਘੱਟੋ ਘੱਟ ਕਾਂਗਰਸੀ ਨਹੀਂ ਸੀ ਤੇ ਸਲਾਹਕਾਰ ਬਣਨਾ ਮੰਨ ਗਏ ਸੀ, ਉਹਨਾਂ ਦੀ ਕੋਈ ਪੋਜੀਸ਼ਨ ਥੋੜੀ ਖਰਾਬ ਨਹੀਂ ਹੋਊਗੀ ਇਹਦੇ ਨਾਲ? ਬਿਹਤਰ ਨਹੀਂ ਕਿ ਉਹ ਆਪਣੇ ਆਪ ਹੀ ਪਹਿਲਾਂ ਹੀ ਕਹਿ ਦੇਣ ਭਾਈ ਤੁਸੀਂ ਆਪਣਾ ਆਪ ਚਲਾਓ? ਤੇ ਕਹਿੰਦੇ ਹਰੀਸ਼ ਰਾਵਤ ਨੇ ਵੀ ਕਹਿ ਦਿੱਤਾ ਕਿ ਮੈਂ ਬਹੁਤ ਰੁੱਝਾ ਆ, ਮੈਂ ਪੰਜਾਬ ਦੇ ਮਾਮਲਿਆਂ ਨੂੰ ਨਹੀਂ ਸੁਲਝਾ ਸਕਦਾ ਤੇ ਕਿਸੇ ਹੋਰ ਦੀ ਡਿਊਟੀ ਲਾਤੀ ਜਾਵੇ। ਮੈਨੂੰ ਲੱਗਦਾ ਉਹ ਵੀ ਹੱਥ ਖੜੇ ਕਰ ਗਏ, ਜਿਹੜਾ ਕਾਂਡੋ ਕਲੇਸ਼ ਮੁੱਕਣ ਵਾਲਾ ਨਹੀਂ ਲੱਗਦਾ ਤੇ ਨਾ ਹੀ ਹਰੀਸ਼ ਰਾਵਤ ਦੇ ਵਾਸਤਾ ਰੋਗ ਲੱਗਦਾ ਤੇ ਨਾ ਹੀ ਮੈਨੂੰ ਲੱਗਦਾ ਸਲਾਹਕਾਰਾਂ ਦੀ ਸਲਾਹ ਨਾਲ ਕੁਝ ਹੋਣ ਵਾਲਾ। ਕਿੱਦਾਂ ਦੇ ਹਾਲਾਤ ਜਿਹੜੇ ਬਣ ਰਹੇ ਆ? ਜਿਹੜੀ ਤੁਸੀਂ ਸਵਾਲ ਦੇ ਵਿੱਚ ਜਿਹੜਾ ਅਖੀਰ 'ਚ ਗੱਲ ਕਰ ਰਹੇ ਸੀ, ਤੁਸੀਂ ਕਿਸੇ ਦਾ ਜ਼ਿਕਰ ਕੀਤਾ ਕਿ ਉਹ ਹੱਥ ਖੜੇ ਕਰ ਗਏ, ਕਿਹਨਾਂ ਦਾ ਜ਼ਿਕਰ ਕਰ ਰਹੇ ਹੋ ਵੀ ਮੈਂ ਨਹੀਂ ਕੁਝ ਕਰ ਸਕਦਾ? ਹਰੀਸ਼ ਰਾਵਤ ਨੇ ਕਿਤੇ ਕਿਹਾ ਆਪਣੀ ਹਾਈ ਕਮਾਂਡ ਨੂੰ ਕਿ ਮੈਂ ਡੇਰਾ ਉੱਥੇ ਆਪਣੇ ਰੁੱਝਿਆ ਹੋਇਆ ਵਾਂ ਉੱਤਰਾਖੰਡ ਦੀਆਂ ਚੋਣਾਂ ਵਿੱਚ ਤੇ ਮੈਂ ਇੰਨਾ ਸਮਾਂ ਨਹੀਂ ਦੇ ਸਕਦਾ ਤੇ ਮੈਨੂੰ ਪੰਜਾਬ ਦੇ ਇੰਚਾਰਜ ਦੇ ਅਹੁਦੇ ਤੋਂ ਫਾਰਗ ਕਰ ਦਿਓ। ਦੇਖੋ ਏਦਾਂ ਅੱਜ ਹਰੀਸ਼ ਰਾਵਤ ਦਿੱਲੀ ਨੇ, ਦਿੱਲੀ ਉਹਨਾਂ ਨੇ ਹਾਈ ਕਮਾਂਡ ਨੂੰ ਮਿਲਣਾ ਆ, ਉਹ ਮੁਲਾਕਾਤ ਹੁੰਦੀ ਹੈ ਤੇ ਉਹਦੇ 'ਚ ਉਹਨਾਂ ਨੇ ਇਹ ਗੱਲ ਤਾਂ ਰੱਖਣੀ ਹੈ ਵੀ ਪੰਜਾਬ ਕਾਂਗਰਸ ਦਾ ਜਿਹੜੇ ਬਾਗੀ ਲੋਕ ਆਏ ਸੀ ਤੇ ਉਹਨਾਂ ਨਾਲ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਨੇ ਕੁਝ ਫਿਕਰ ਜ਼ਾਹਰ ਕੀਤੇ ਹੈ। ਉਹ ਕੀ ਫਿਕਰ ਹੈ ਉਹ ਦੱਸ ਦੇਣਗੇ ਹਾਈ ਕਮਾਂਡ ਨੂੰ, ਸੋਨੀਆ ਗਾਂਧੀ ਨੂੰ ਜਾਂ ਰਾਹੁਲ ਗਾਂਧੀ ਨੂੰ। ਪਰ ਨਾਲ ਦੀ ਨਾਲ ਉਹਨਾਂ ਨੇ ਬੜਾ ਠੋਕ ਵਜਾ ਕੇ ਗੱਲ ਕਹੀ ਹੈ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਹੈ ਉਹਨਾਂ ਦੇ ਸਲਾਹਕਾਰਾਂ ਕਰਕੇ ਦੇਸ਼ ਪੱਧਰ ਤੇ ਕਾਂਗਰਸ ਪਾਰਟੀ ਨੂੰ ਬੜਾ ਨਮੋਸ਼ੀ ਵਾਲਾ ਜਿਹੜਾ ਇੱਕ ਮਾਹੌਲ ਮਿਲ ਰਿਹਾ ਤੇ ਸਾਹਮਣਾ ਕਰਨਾ ਪੈ ਰਿਹਾ ਨਮੋਸ਼ੀ ਦਾ। ਇਸ ਕਰਕੇ ਉਹਨਾਂ ਨੇ ਇੱਕ ਵੱਡੇ ਚੈਨਲ ਨੂੰ ਇੰਟਰਵਿਊ ਦਿੰਦਿਆਂ ਬੜਾ ਸਾਫ਼ ਕਰਤਾ ਵੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਲਾਹਕਾਰ ਹਟਾਉਣੇ ਪੈਣਗੇ ਤੇ ਜੇ ਉਹ ਨਹੀਂ ਹਟਾਉਂਦੇ ਤਾਂ ਫਿਰ ਅਸੀਂ ਉਹਨੂੰ ਰਿਮੂਵ ਕਰ ਦਾਂਗੇ, ਸਾਡੇ ਕੋਲ ਇਹ ਅਧਿਕਾਰ ਹੈ। ਦੂਜੀ ਗੱਲ ਬਹੁਤ ਇੰਪੋਰਟੈਂਟ ਉਹਨਾਂ ਨੇ ਕਹੀ ਹੈ ਵੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਕੁਝ ਕਾਰਨਾਂ ਕਰਕੇ, ਉਹਦੀ ਅਗਰੈਸਿਵਨੈਸ ਦੇਖ ਕੇ, ਉਹਦੀ ਜਿਹੜੀ ਇੱਕ ਉਹਦੇ ਕੋਲ ਇੱਕ ਗੱਲ ਕਰਨ ਦੀ ਕਲਾ ਜਿਹੜੀ ਆ ਉਹਨੂੰ ਦੇਖ ਕੇ, ਇਹ ਸੋਚ ਕੇ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਲਾਭ ਹੋਏਗਾ, ਉਹਨਾਂ ਨੂੰ ਪ੍ਰਧਾਨ ਬਣਾ ਕੇ ਕੈਪਟਨ ਅਮਰਿੰਦਰ ਦੀ ਵਿਰੋਧਤਾ ਦੇ ਬਾਵਜੂਦ ਪ੍ਰਧਾਨ ਬਣਾਇਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਮਲਕੀਅਤ ਹੋ ਗਈ ਹੈ ਜਾਂ ਸਾਰੀ ਕਾਂਗਰਸ ਪਾਰਟੀ ਉਹਨੂੰ ਫੜਾ ਦਿੱਤੀ ਹੈ। ਇਹ ਬੜਾ ਸਪਸ਼ਟ ਜਿਹਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਦੱਸ ਦਿੱਤਾ ਤੇ ਅਸੀਂ ਕੱਲ ਵੀ ਸ਼ਾਇਦ ਇੱਥੇ ਥੋੜੀ ਗੱਲ ਕਹੀ ਸੀ ਕਿ ਇਹ ਹੋ ਨਹੀਂ ਸਕਦਾ ਕਿ ਇਹ ਸਾਰੇ ਵਿਚਾਰ ਕੇਵਲ ਤੇ ਕੇਵਲ ਹਰੀਸ਼ ਰਾਵਤ ਤੇ ਹੈ। ਇਹ ਹਰੀਸ਼ ਰਾਵਤ ਰਾਹੀਂ ਕਾਂਗਰਸ ਹਾਈਕਮਾਨ ਦਾ ਮਤਲਬ ਇੱਕ ਪਰਿਵਾਰ, ਗਾਂਧੀ ਪਰਿਵਾਰ, 3 ਮੈਂਬਰ, ਉਹਨਾਂ ਦੇ ਵਿਚਾਰ ਇਹ ਹੈ ਜਿਹੜੇ ਉਹਨਾਂ ਨੇ ਹਰੀਸ਼ ਰਾਵਤ ਰਾਹੀਂ ਪਹੁੰਚਾਏ ਆ। ਫਿਰ 2 ਘਟਨਾ ਚੱਕਰ ਜਿਹੜੇ ਆ ਬੜੇ ਇੰਪੋਰਟੈਂਟ ਵਾਪਰੇ ਆ, ਮਤਲਬ 2-4 ਘੰਟਿਆਂ ਦੇ ਵਿੱਚ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ, ਜਿਹੜੀ ਇੱਥੇ ਤੱਕ ਦੀ ਗੱਲ ਤਾਂ ਸੀ ਉਹ ਸੀ। ਪਰ ਚੁੱਪ ਚਪੀਤੇ ਕੱਲ ਇਹ ਚਾਰੇ ਜਿਹੜੇ ਮੰਤਰੀ ਹੈ ਆਪਣਾ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਤ੍ਰਿਪਤਰਿੰਦਰ ਬਾਜਵਾ ਤੇ ਸੁਖ ਸਰਕਾਰੀਆ, ਇਹ ਚੁੱਪ ਚਪੀਤੇ ਦਿੱਲੀ ਜਾ ਵੜੇ ਕੱਲ। ਤੇ ਪਹਿਲਾਂ ਤਾਂ ਇਹ ਖਬਰ ਲੀਕ ਨਹੀਂ ਸੀ ਹੋਈ ਪਰ ਫਿਰ ਇਹ ਖਬਰ ਬਾਹਰ ਆ ਗਈ। ਉਹ ਬਾਹਰ ਆਉਣ ਦਾ ਕਾਰਨ ਇਹ ਸੀ ਵੀ ਕੱਲ ਹੀ ਤ੍ਰਿਪਤਰਿੰਦਰ ਬਾਜਵਾ ਦੀ ਡਿਊਟੀ ਸੀ ਵੀ ਉਹ ਕਾਂਗਰਸ ਭਵਨ 'ਚ ਬੈਠਣਗੇ ਤੇ ਲੋਕਾਂ ਦੀ ਜਿਹੜੇ ਮਸਲੇ ਆ ਉਹਨਾਂ ਦੀਆਂ ਸਮੱਸਿਆਵਾਂ ਸੁਣਨਗੇ, ਜਿਹੜਾ ਇੱਕ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਦੀ ਸਾਂਝੀ ਮੀਟਿੰਗ ਦੇ ਵਿੱਚ ਤੈਅ ਹੋਇਆ ਸੀ। ਪਰ ਉਹ ਕੱਲ ਗਏ ਨਹੀਂ ਕਾਂਗਰਸ ਭਵਨ ਤੇ ਫਿਰ ਗੱਲਾਂ ਚੱਲਣ ਲੱਗ ਪਈਆਂ ਵੀ ਨਾ ਉਹ ਕਾਂਗਰਸ ਭਵਨ ਆਏ ਤੇ ਨਾ ਉਹਨਾਂ ਨੇ ਆਪਣਾ ਅਲਟਰਨੇਟ ਕੋਈ ਭੇਜਿਆ ਤੇ ਉਹ ਕਿੱਥੇ ਆ। ਇਹ ਉਹਨਾਂ ਨੂੰ ਲੱਭਣਾ ਸ਼ੁਰੂ ਹੋ ਗਿਆ। ਲੱਭਦਿਆਂ ਪਤਾ ਲੱਗਾ ਉਹ ਤਾਂ ਦਿੱਲੀ ਗਏ ਹੋਏ ਆ ਤੇ ਚਾਰੇ ਗਏ ਦਿੱਲੀ ਤੇ ਰਾਹੁਲ ਗਾਂਧੀ ਦੇ ਗਏ ਦਫ਼ਤਰ ਵੀ ਅਸੀਂ ਚਾਰੇ ਮਿਲ ਲਈਏ। ਤੇ ਦਫ਼ਤਰ ਉੱਥੇ ਪੀਏ ਟੱਕਰਿਆ ਉਹਨਾਂ ਨੂੰ ਰਾਹੁਲ ਗਾਂਧੀ ਦਾ ਤੇ ਉਹਨੇ ਪੁੱਛਿਆ ਦੱਸੋ ਭਾਈ ਕਿਵੇਂ ਆਇਓ? ਤੇ ਇਹਨਾਂ ਨੇ ਕਿਹਾ ਵੀ ਏਦਾਂ ਜੀ ਕਾਂਗਰਸ ਪਾਰਟੀ ਦੀ ਪ੍ਰੋਬਲਮ ਹੈ, ਅਸੀਂ ਕੈਪਟਨ ਅਮਰਿੰਦਰ ਦੇ ਖਿਲਾਫ ਹੈ ਤੇ ਉਹਨਾਂ ਨੂੰ ਲਾਉਣਾ ਆ ਤੇ ਸਾਡੀ ਰਾਹੁਲ ਗਾਂਧੀ ਨਾਲ ਮੀਟਿੰਗ ਕਰਾ ਦਿਓ। ਤੇ ਰਾਹੁਲ ਗਾਂਧੀ ਨਾਲ ਮੀਟਿੰਗ ਤਾਂ ਕੀ ਕਰਾਉਣੀ ਸੀ, ਪੀਏ ਨੇ ਠੋਕਵਾਂ ਜਵਾਬ ਇਹ ਦਿੱਤਾ ਵੀ ਭਾਈ ਤੁਸੀਂ ਚੰਡੀਗੜ੍ਹ 'ਚ
10 ਬੰਦੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਕੇ ਤੁਰ ਪੈਂਦੇ ਆ ਦਿੱਲੀ ਵੱਲ ਨੂੰ। ਇੱਥੇ ਤਾਂ ਨਹੀਂ ਇਹ ਮਸਲਾ ਹੱਲ ਹੋਣਾ, ਤੁਹਾਡਾ ਮਸਲਾ ਪੰਜਾਬ ਦਾ, ਤੇ ਪੰਜਾਬ ਜਾ ਕੇ ਆਪ ਹੀ ਹੱਲ ਕਰ ਲਓ, ਰਾਹੁਲ ਗਾਂਧੀ ਨੇ ਤੁਹਾਨੂੰ ਨਹੀਂ ਮਿਲਣਾ। ਦੋ ਟਕ ਜਵਾਬ ਦੇਤਾ। ਫਿਰ ਉੱਥੋਂ ਇਹ ਬਹੁਤ ਨਿਰਾਸ਼ ਹੋ ਕੇ ਨਿਰਾਸ਼ਾ ਦੇ ਆਲਮ ਦੇ ਵਿੱਚ ਮੁੜੇ। ਰਸਤੇ ਚੋਂ ਚਰਨਜੀਤ ਚੰਨੀ ਨੇ ਕਹਿਤਾ ਤੁਸੀਂ ਜਾਓ, ਕੱਲ ਹੀ ਕੈਬਨਿਟ ਦੀ ਮੀਟਿੰਗ ਸੀ, ਤੁਸੀਂ ਜਾਓ, ਮੈਂ ਤਾਂ ਇੱਥੇ ਰਹਿਣਾ ਆ, ਮੈਨੂੰ ਕੋਈ ਕੰਮ ਹੈ। ਤੇ ਚਰਨਜੀਤ ਚੰਨੀ ਨੇ 5 ਸਟਾਰ ਹੋਟਲ ਚ ਲਿਆ ਇੱਕ ਕਮਰਾ, ਤੇ ਉੱਥੇ ਬੈਠ ਕੇ ਉਹ ਤਾਂ ਕੈਬਨਿਟ ਦੀ ਮੀਟਿੰਗ ਚ ਵਰਚੁਅਲੀ ਸ਼ਾਮਲ ਹੋ ਗਿਆ। ਤੇ ਇਹ ਤਿੰਨੇ ਮਾਝੇ ਬ੍ਰਿਗੇਡ ਵਾਲੇ ਬੰਦੇ ਜਿਹੜੇ ਆ ਇਹ ਨਮੋਸ਼ੀ ਦੇ ਭਰੇ ਹੋਏ ਵਾਪਸ ਆ ਗਏ, ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਨੇ। ਇਹ ਐਪੀਸੋਡ ਇਹ ਦੱਸਦਾ ਹੈ ਵੀ ਜਿਹੜਾ ਰਵੱਈਆ ਆ ਕਾਂਗਰਸ ਹਾਈਕਮਾਨ ਦਾ ਹੁਣ ਇਸ ਮਸਲੇ ਤੇ ਬਹੁਤ ਸਖਤ ਹੋ ਗਿਆ। ਕਾਂਗਰਸ ਹਾਈਕਮਾਨ ਨੇ ਸੋਚਿਆ ਸੀ ਵੀ ਅਸੀਂ ਕੈਪਟਨ ਦੀ ਵਿਰੋਧਤਾ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਪੰਜਾਬ ਕਾਂਗਰਸ ਦਾ ਮਸਲਾ ਕਰ ਦਿੱਤਾ ਹੱਲ। ਤੇ ਉਹਦੇ ਚ ਕੈਪਟਨ ਅਮਰਿੰਦਰ ਨੇ ਸੁਹਿਰਦਤਾ ਵੀ ਦਿਖਾਈ। ਸਾਰੀ ਮਤਲਬ ਜਿਸ ਤਰ੍ਹਾਂ ਦਾ ਵਤੀਰਾ ਉਹਨਾਂ ਨਾਲ ਕੀਤਾ ਗਿਆ ਜਦੋਂ ਤਾਜਪੋਸ਼ੀ ਦਾ ਸਮਾਗਮ ਸੀ ਨਵਜੋਤ ਸਿੰਘ ਸਿੱਧੂ ਵੱਲੋਂ, ਜਾਂ ਲਗਾਤਾਰ ਉਹਨੂੰ ਉਹਦਾ ਜਿਹੜਾ ਕਹਿ ਲਓ ਵੀ ਇੱਕ ਘੁੱਟ ਭਰਦਿਆਂ ਸਬਰ ਦਾ ਉਹਨਾਂ ਨੇ ਫੇਰ ਵੀ ਤਹੱਮਲ ਦਿਖਾਇਆ ਤੇ ਨਾਲ ਚੱਲਣ ਦੀ ਜਿਹੜੀ ਆ ਦ੍ਰਿੜਤਾ ਵੀ ਦਿਖਾਈ। ਪਰ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਖੇਡਦੇ ਉਦਾਂ ਹੀ ਖੇਡਦੇ ਰਹੇ ਤੇ ਫਿਰ ਸਲਾਹ ਕਰਨ ਵਾਲਾ ਪੰਗਾ ਪੈ ਗਿਆ। ਤੇ ਹਾਲਤ ਇਹ ਹੋ ਗਈ ਆ ਵੀ ਹਾਈਕਮਾਨ ਨੇ ਸੋਚਿਆ ਵੀ ਅਸੀਂ ਤਾਂ ਮਸਲਾ ਹੱਲ ਕੀਤਾ ਸੀ ਤੇ ਨਵਜੋਤ ਸਿੱਧੂ ਤਾਂ ਲਗਾਤਾਰ ਹੀ ਰੋਜ਼ ਹੀ ਕੋਈ ਨਾ ਕੋਈ ਟਰਬਲ ਪਾਉਂਦਾ। ਇਹ ਤਿੰਨੇ ਘਰ ਦੇ ਮੈਂਬਰ ਜਦੋਂ ਰੋਟੀ ਖਾਣ ਬਹਿੰਦੇ ਹੋਣਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਸੋਨੀਆ ਗਾਂਧੀ, ਰੋਜ਼ ਹੀ ਸੋਚਦੇ ਤਾਂ ਹੋਣੇ ਆ ਵੀ ਮਸਲਾ ਤਾਂ ਹੱਲ ਕਰਤਾ ਹੈ ਤਾਂ ਰੋਜ਼ ਹੀ ਸਾਡਾ ਸਿਰ ਦੁਖਾਉਂਦਾ ਨਵਜੋਤ ਸਿੰਘ ਸਿੱਧੂ। ਸੋ ਇਸ ਕਰਕੇ ਉਹਨਾਂ ਨੇ ਇੱਕ ਸਖਤ ਸਟੈਂਡ ਲੈ ਲਿਆ, ਉਹ ਦਿਖਾਈ ਦੇ ਰਿਹਾ। ਇਹਨਾਂ ਵਿੱਚ ਵੀ ਇੱਕ ਘਟਨਾ ਚੱਕਰ ਹੋਰ ਹੋਇਆ। ਇੱਕ ਵਾਰੀ ਤਾਂ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਤੇ 55 MLA ਉਹਨਾਂ ਦੀ ਬੱਸ ਵਿੱਚ ਸਵਾਰ ਸੀ ਨਵਜੋਤ ਸਿੰਘ ਸਿੱਧੂ ਦੀ, ਤੇ ਉਦੋਂ ਕਿਹਾ ਗਿਆ ਵੀ ਕੈਪਟਨ ਤਾਂ ਗਿਆ। ਫਿਰ ਜਦੋਂ ਕੈਪਟਨ ਦੇ ਖਿਲਾਫ ਖੁੱਲੀ ਬਗਾਵਤ ਕੀਤੀ ਤਾਂ 32 MLA ਦੱਸੇ ਗਏ ਸੀਗੇ, 24 MLA ਤੇ 4 ਮੰਤਰੀ ਸੀ, ਉਹਨਾਂ 'ਚ 6 ਸੀਗੇ ਸਾਬਕਾ MLA। ਉਹਦੇ ਵਿੱਚੋਂ ਬਾਅਦ ਵਿੱਚ 6 MLA ਏਦਾਂ ਦੇ ਸੀਗੇ ਜਿਹੜੇ ਕਹਿੰਦੇ ਅਸੀਂ ਇਹਨਾਂ ਨਾਲ ਸਹਿਮਤ ਨਹੀਂ, ਅਸੀਂ ਤਾਂ ਕੈਪਟਨ ਦੇ ਨਾਲ। ਹੁਣ ਹਾਲਤ ਇਹ ਹੋ ਗਈ ਹੈ ਕਿ ਸਥਿਤੀਆਂ ਉਲਟ ਗਈਆਂ। ਕੱਲ ਰਾਣਾ ਗੁਰਮੀਤ ਸੋਢੀ ਦੇ ਘਰੇ ਇੱਕ ਰਾਜਸੀ ਦਾਵਤ ਦਿੱਤੀ ਗਈ ਕੈਪਟਨ ਅਮਰਿੰਦਰ ਦੀ ਅਗਵਾਈ 'ਚ, ਤੇ ਉੱਥੇ ਸਾਡੀ ਜਾਣਕਾਰੀ ਦੇ ਮੁਤਾਬਕ 59 MLA ਪਹੁੰਚੇ। 59 MLA ਕਾਂਗਰਸ ਦੀ ਮਤਲਬ ਸਰਕਾਰ ਦੇ ਪੱਖ 'ਚ ਜਾਂ ਕੈਪਟਨ ਅਮਰਿੰਦਰ ਦੇ ਪੱਖ 'ਚ ਤੁਸੀਂ ਕਹਿ ਲਓ। ਸੋ ਇੱਕ ਸਾਫ਼ ਜਿਹਾ ਸੰਦੇਸ਼ ਦੇ ਦਿੱਤਾ ਕੈਪਟਨ ਅਮਰਿੰਦਰ ਨੇ ਵੀ ਭਾਈ ਹੁਣ ਆਰ ਪਾਰ ਦੀ ਲੜਾਈ ਹੈ ਤਾਂ ਫਿਰ ਠੀਕ ਹੈ, ਆਰ ਪਾਰ ਦੀ ਲੜਾਈ ਹੈ। ਤੇ ਹਾਈ ਕਮਾਨ ਦਾ ਸਿੱਧਾ ਥਾਪੜਾ ਹਾਲ ਫਿਲਹਾਲ ਤਾਂ ਕੈਪਟਨ ਅਮਰਿੰਦਰ ਨੂੰ ਮਿਲਿਆ ਤੇ ਨਵਜੋਤ ਸਿੰਘ ਸਿੱਧੂ ਲਈ ਹੋ ਗਈਆਂ ਮੁਸ਼ਕਲਾਂ ਬਹੁਤ ਜ਼ਿਆਦਾ ਖੜੀਆਂ। ਲੱਗਦਾ ਹੈ ਕਿ ਉਹ ਕਰਨ ਕੀ, ਉਹਨਾਂ ਨੂੰ ਹਟਾਉਣੇ ਪੈਣੇ ਆਪਣੇ ਜਿਹੜੇ ਸਪੋਕਸਪਰਸਨ ਲਾਏ ਆ, ਜਿਹੜੇ ਸਲਾਹਕਾਰ ਲਾਏ ਆ। ਜੇ ਉਹ ਨਹੀਂ ਹਟਾਉਣਗੇ ਤੇ ਕਾਂਗਰਸ ਹਾਈਕਮਾਨ ਹਟਾ ਦੇਗੀ। ਤੇ ਹੁਣ ਨਵਜੋਤ ਸਿੰਘ ਸਿੱਧੂ ਕਿਤੇ ਮੈਨੂੰ ਲੱਗਦਾ ਕਿਤੇ ਬੈਠੇ ਹੋਣਗੇ, ਕਿਉਂਕਿ ਉਹ ਵੀ ਬਹੁਤ ਆਤਮ ਮੰਥਨ ਵੀ ਕਈ ਵਾਰੀ ਕਰਦੇ ਆ, ਉਹ ਸਾਇਲੈਂਟ ਮੋਡ 'ਚ ਹੈਗੇ ਆ। 3 ਦਿਨ ਤੋਂ ਉਹਨਾਂ ਦਾ ਕੋਈ ਬਿਆਨ ਨਹੀਂ, ਕੋਈ ਟਵੀਟ ਨਹੀਂ, ਕੁਝ ਨਹੀਂ ਹੈਗਾ। ਕੁਝ ਗੱਲਾਂ ਹੋਰ ਵੀ ਇਹ ਸਾਰੇ ਘਟਨਾ ਚੱਕਰ 'ਚੋਂ ਨਿਕਲਦੀਆਂ ਜਿਹੜੀਆਂ ਅੱਗੇ ਜਾ ਕੇ ਮੈਂ ਤੁਹਾਡਾ ਸਾਂਝੀਆਂ ਕਰਦਾ ਜੀ। ਦਸਾਂਝ ਸਾਹਿਬ, ਸਿੱਧੂ ਸਾਹਿਬ ਤੇ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਆਤਮ ਮੰਥਨ ਕਰਨ ਵਾਲੇ ਜਿਹੜਾ ਮੋੜ ਹੈ ਉਹ 'ਚ ਚਲ ਗਏ ਨੇ ਤੇ 3 ਦਿਨਾਂ ਤੋਂ ਕੋਈ ਗੱਲਬਾਤ ਨਹੀਂ ਕਰ ਰਹੇ, ਪਰ ਜਿਹੜੀ ਐਕਟੀਵਿਟੀ ਮਾਝਾ ਬ੍ਰਿਗੇਡ ਵਾਲਿਆਂ ਲੀਡਰਾਂ ਨੇ ਦਿਖਾਈ ਬੜੀ ਕਾਹਲੀ, ਜਿੱਦਾਂ ਤੁਸੀਂ ਸਾਰਾ ਵਿਸਥਾਰ ਦੱਸਿਆ, ਤੇ ਫਿਰ ਕਿਤੇ ਇਹ ਨਾ ਹੋਵੇ ਕਿ ਕੇਜਰੀਵਾਲ ਨਹੀਂ ਇਹਨਾਂ ਤੇ ਵੀ ਜਾਲ ਸੁੱਟ ਲੈਣ। ਉਹ ਵੀ ਲੱਭਦੇ ਫਿਰਦੇ ਆ। ਸੇਵਾ ਸਿੰਘ ਸੇਖਵਾਂ ਨੂੰ ਅੱਜ ਲੈ ਗਏ ਨੇ ਤੇ ਕਿੱਦਾਂ ਦੀ ਰਾਜਨੀਤੀ ਕਰ ਰਹੇ ਨੇ ਕੇਜਰੀਵਾਲ, ਇਹ ਕਿਸੇ ਦੀ ਸਮਝ ਵੀ ਨਹੀਂ ਆ ਰਹੀ ਕਿ ਸੇਖਵਾਂ ਸਾਹਿਬ ਕਿੰਨੇ ਕੁ ਵੱਡੇ ਕੱਦਾਵਰ ਨੇਤਾ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਕੋਈ ਠੁੰਮਣਾ ਦੇ ਸਕਣਗੇ, ਜਾਂ ਫਿਰ ਕੁਝ ਲੋਕੀ ਤੇ ਜਿਵੇਂ ਸਾਡੇ ਬਹੁਤ ਸਾਰੇ ਮੀਡੀਆ ਹਾਊਸ ਆ ਉਹ ਬੜੀ ਕਾਹਲੀ ਕਰਦੇ ਨੇ ਆਪਣੇ ਨਿਰਣੇ ਲੈਣ 'ਚ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਹੀ ਸੇਖਵਾਂ ਨੂੰ ਕਹਿਣ ਲੱਗ ਪਏ ਕਈ ਲੋਕ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇੰਨੇ ਕੱਦਾਵਰ ਨੇਤਾ ਹਨ ਕਿ ਉਹ CM ਦਾ ਚਿਹਰਾ ਹੋਣਗੇ ਤੇ ਪੰਜਾਬ ਦੇ ਲੋਕ ਉਹਨਾਂ ਨੂੰ ਐਕਸੈਪਟ ਕਰ ਲੈਣਗੇ, ਜਾਂ ਘੱਟੋ ਘੱਟ ਭਗਵੰਤ ਮਾਨ ਵੀ ਐਕਸੈਪਟ ਕਰ ਲੈਣਗੇ, ਜਾਂ ਫਿਰ ਕੇਜਰੀਵਾਲ ਨਹੀਂ ਅੱਖੀ ਪਲਾਈ ਹੱਥ ਮਾਰ ਰਹੇ ਨੇ ਵੀ ਕੋਈ ਲੱਭੇ ਉਹਨੂੰ ਤੇ ਲੈ ਲਓ, ਜਿਹੜਾ ਆਉਂਦਾ ਉਹਨੂੰ ਲੈ ਲਓ?
ਤੇ ਫਿਰ ਕੱਲ ਨੂੰ ਸੁੱਖ ਸਰਕਾਰੀ ਆ, ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਬਾਜਵਾ ਵੀ ਉਹਨਾਂ ਦੀ ਜਾ ਚੜਨਗੇ ਗੱਡੀ 'ਚ। ਫਿਰ ਕਿੱਦਾਂ ਲੱਗਦਾ ਤੁਹਾਨੂੰ ਇਹ ਸਾਰਾ ਦੋ ਹਿੱਸੇ ਨੇ ਤੁਹਾਡੇ ਸਵਾਲ ਦੇ। ਪਹਿਲਾਂ ਅਸੀਂ ਕਾਂਗਰਸ ਵਾਲਾ ਕੰਮ ਮੁਕਾ ਲਈਏ। ਜਿਹੜਾ ਇਹ ਹੈ ਕਿ ਜਿਹੜਾ ਤੁਸੀਂ ਇੱਕ ਸਵਾਲ ਖੜਾ ਕੀਤਾ ਵੀ ਸ਼ਾਇਦ ਜਿੱਦਾਂ ਨਿਰਾਸ਼ਾ ਦੇ ਆਲਮ ਚਾਹੇ ਮਾਝਾ ਬ੍ਰਿਗੇਡ ਜਾਂ ਉਹ ਬਾਗੀ ਜਿਹੜੇ ਵਿਧਾਇਕ ਨੇ ਵੀ ਸ਼ਾਇਦ ਦੋ ਧਿਰਾਂ ਬਹੁਤ ਖੁਸ਼ ਹੋਣਗੀਆਂ ਇਸ ਵੇਲੇ। ਇੱਕ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਬਹੁਤ ਖੁਸ਼ ਹੈ ਵੀ ਇਹ ਸਾਰੇ ਚੋਂ ਸ਼ਾਇਦ ਟੁੱਟ ਭੱਜ ਜਿਹੜੀ ਆ ਹੋ ਸਕਦੀ ਹੈ ਕਾਂਗਰਸ ਪਾਰਟੀ ਦੀ, ਤੇ ਸਾਰੇ ਆਪੋ ਆਪਣੇ ਦਾਅ ਤੇ ਹੋਣਗੇ। ਇਹ 'ਚ ਦੋ ਗੱਲਾਂ ਨੇ। ਨੰਬਰ ਇੱਕ ਤਾਂ ਖੁਦ ਇਹਨਾਂ ਨੇ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਫੈਲਾਈਆਂ ਵੀ ਪੋਸੀਬਿਲਿਟੀ ਹੈ ਵੀ ਜੇ ਨਾ ਇਹਨਾਂ ਦਾ ਦਾਅ ਚੱਲਿਆ, ਜਿਹੜਾ ਚੱਲਦਾ ਦਿਖਾਈ ਨਹੀਂ ਦੇ ਰਿਹਾ, ਤਾਂ ਪੰਜਾਬ ਕਾਂਗਰਸ ਨਾਂ ਦੀ ਕੋਈ ਨਵੀਂ ਪਾਰਟੀ ਜਿਹੜੀ ਆ ਉਹ ਬਣ ਸਕਦੀ ਹੈ। ਇਹ ਖੁਦ ਇਹਨਾਂ ਨੇ ਖੁਦ ਹੀ ਮਤਲਬ ਕੁਝ ਆਪਣੇ ਜਿਹੜੇ ਪੱਤਰਕਾਰ ਆ ਉਹਨਾਂ ਰਾਹੀਂ ਇਹ ਗੱਲ ਜਿਹੜੀ ਹੈ ਚਲਾਈ ਹੋਈ ਹੈ। ਯਾਨੀ ਉਹ ਇੱਕ ਪ੍ਰੈਸ਼ਰ ਟੈਕਟਿਕਸ ਵੀ ਹੁੰਦਾ ਹੈ ਤੇ ਕਈ ਵਾਰੀ ਪ੍ਰੈਸ਼ਰ ਟੈਕਟਿਕਸ ਜਿਹੜਾ ਆ ਉਹ ਫਿਰ ਕਈ ਵਾਰੀ ਹਕੀਕਤ ਵੀ ਬਣ ਜਾਇਆ ਕਰਦਾ, ਪਰ ਫਿਰ ਵੀ ਮੈਂ ਸਮਝਦਾ ਇਹ ਪੋਸੀਬਿਲਿਟੀ ਘੱਟ ਹੈ। ਪਰ ਏਦਾਂ ਦੀ ਗੱਲ ਚਲਾਈ ਹੋਈ ਆ ਵੀ ਪੰਜਾਬ ਕਾਂਗਰਸ ਨਾਂ ਦੀ ਕੋਈ ਵੱਖਰੀ ਪਾਰਟੀ ਵੀ ਇਹ ਲੋਕ ਬਣਾ ਸਕਦੇ ਆ, ਜਦਕਿ ਪਹਿਲਾਂ ਇਹ ਗੱਲ ਚੱਲਦੀ ਸੀ ਅੱਜ ਤੋਂ 10 ਦਿਨ ਪਹਿਲਾਂ ਤੱਕ ਜਾਂ ਪਿੱਛੇ ਲੰਬੇ ਸਮੇਂ ਤੋਂ ਵੀ ਜੇ ਕਾਂਗਰਸ ਪਾਰਟੀ ਦੇ ਵਿੱਚ ਜਾਂ ਐਜ਼ ਏ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਨੇ ਇਹ ਫੀਲ ਕੀਤਾ ਵੀ ਮੇਰਾ ਤਾਂ ਹੁਣ ਬਹੁਤ ਮੁਸ਼ਕਲ ਹੈ, ਤੇ ਫਿਰ ਉਹ ਕੋਈ ਨਵੀਂ ਖੇਡ ਸਕਦੇ ਆ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਮੁਲਾਕਾਤ ਦੇ ਹਵਾਲੇ ਨਾਲ ਅਸੀਂ ਵੀ ਇਹ ਗੱਲਾਂ ਕਰਦੇ ਰਹੇ ਹਾਂ। ਹੁਣ ਬਿਲਕੁਲ ਉਲਟ ਗੱਲ ਚੱਲ ਪਈ ਵੀ ਪੰਜਾਬ ਕਾਂਗਰਸ ਨਾਂ ਦਾ ਕੋਈ ਨਵਾਂ ਧੜਾ ਜਾਂ ਨਵੀਂ ਪਾਰਟੀ ਜਾਂ ਨਵੀਂ ਧਿਰ ਇਹ ਜਿਹੜੇ ਬਾਗੀ ਆ ਇਹ ਵੀ ਖੜੀ ਕਰ ਸਕਦੇ ਆ। ਇਹ ਗੱਲ ਚੱਲੀ ਨਹੀਂ ਹੈਗੀ, ਚਲਵਾਈ ਗਈ ਹੈ। ਜਿੱਦਾਂ ਮੈਂ ਜ਼ਿਕਰ ਕੀਤਾ ਸੀ ਵੀ ਨਵਜੋਤ ਸਿੰਘ ਸਿੱਧੂ ਨੇ ਇੱਕ ਮੀਡੀਆ ਐਡਵਾਈਜ਼ਰ ਜਿਹੜਾ ਲਾਇਆ ਤੇ ਉਹਦੇ ਤੋਂ ਪਹਿਲਾਂ ਗੱਲਾਂ ਲੀਕ ਕਰਵਾਈਆਂ ਜਾਂਦੀਆਂ ਸੀ। ਈਵਨ ਮੀਟਿੰਗ ਦੇ ਅੰਦਰ ਦੀ ਗੱਲ ਵੀ ਲੀਕ ਹੋ ਜਾਂਦੀ ਸੀ। ਉਹ ਕਹਿੰਦਾ ਹੁੰਦਾ ਸੀ ਵੀ ਦੇਖੋ ਮੈਂ ਲੈ ਕੇ ਆਇਆ ਜੀ ਬੜੀ ਵੱਡੀ ਖਬਰ ਲੈ ਕੇ ਆਇਆ। ਏਦਾਂ ਇਹ ਕਰਵਾਈ ਗਈ ਹੈ। ਸੋ ਮੀਡੀਆ 'ਚ ਕੰਮ ਕਰਦੇ ਲੋਕਾਂ ਦਾ ਵੀ ਜਿਸ ਕਿਸਮ ਦਾ ਹੁਣ ਧੰਦਾ ਜਿਹਾ ਬਣ ਗਿਆ ਇਹ, ਉਹ ਵੀ ਇੱਥੋਂ ਸਪਸ਼ਟ ਜਿਹਾ ਹੁੰਦਾ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਤੇ ਮੈਂ ਵੀ ਕਹਿ ਰਿਹਾ ਵੀ ਅਰਵਿੰਦ ਕੇਜਰੀਵਾਲ ਬਹੁਤ ਖੁਸ਼ ਹੋ ਸਕਦੇ ਆ ਵੀ ਚਲੋ ਨਿਗਾਹ ਰੱਖਦੇ ਆ, ਤੇ ਜੇ ਅੱਜ ਸੇਖਵਾਂ ਨੂੰ ਸ਼ਾਮਲ ਕਰ ਲਿਆ ਤੇ ਹੋਰ ਹਫ਼ਤੇ ਨੂੰ ਕਿਸੇ ਹੋਰ ਨੂੰ ਵੀ ਕਾਂਗਰਸ ਪਾਰਟੀ ਦੇ ਅੰਦਰ ਬਾਗੀਆਂ ਚੋਂ ਕੋਈ ਜਿਹੜਾ ਉਹਨੂੰ ਵੀ ਸ਼ਾਮਲ ਕਰਾਉਣ ਦੀ ਕੋਈ ਨਾ ਕੋਈ ਕਸਰਤ ਕੀਤੀ ਜਾ ਸਕਦੀ ਹੈ। ਇਹ ਵੀ ਅੱਖ ਉਹਨਾਂ ਦੀ ਹੈ ਇਹਦੇ ਤੇ। ਇੱਕ ਜਿਹੜੀ ਹੋਰ ਬੜੀ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਵੀ ਇਸ ਸਾਰੇ ਘਟਨਾ ਚੱਕਰ ਨੇ ਜਿੱਥੇ ਮੈਂ ਤੁਹਾਨੂੰ ਜ਼ਿਕਰ ਕੀਤਾ ਵੀ ਉਹ 4 ਜਾਣੇ ਜਿਹੜੇ ਗਏ ਸੀ ਦਿੱਲੀ, 4 ਚੋਂ 3 ਵਾਪਸ ਆਏ, ਚਰਨਜੀਤ ਚੰਨੀ ਉੱਥੇ ਰਹਿ ਗਏ ਤੇ ਉਹ ਵਰਚੁਅਲ ਮੀਟਿੰਗ ਸ਼ਾਮਲ ਹੋਏ ਕੈਬਨਿਟ ਮੀਟਿੰਗ 'ਚ। ਇੱਕ ਤਾਂ ਇਹਨਾਂ 4 ਵਜ਼ੀਰਾਂ 'ਚ ਇੱਕ ਮਤਭੇਦ ਪੈਦਾ ਹੋ ਗਿਆ। ਚਰਨਜੀਤ ਚੰਨੀ ਜਿਹੜਾ 2 ਦਿਨ ਪਹਿਲਾਂ ਬਹੁਤ ਵੋਕਲ ਸੀ ਤੇ ਕਹਿ ਰਿਹਾ ਸੀ ਵੀ ਪਰ ਇਹ ਮੁੱਖ ਮੰਤਰੀ ਸਾਨੂੰ ਪਰਵਾਹ ਨਹੀਂ, ਇਹਦੇ ਰਹਿੰਦਾ ਕੰਮ ਨਹੀਂ ਹੋਣੇ, ਉਹੀ ਚਰਨਜੀਤ ਚੰਨੀ ਤਾਂ ਇਹਨਾਂ ਤਿੰਨਾਂ ਦੇ ਵਿਰੋਧ 'ਚ ਜਾ ਕੇ ਉੱਥੇ ਇੱਕ ਹੋਟਲ ਦਾ ਕਮਰਾ ਲੈ ਕੇ ਵਰਚੁਅਲ ਮੀਟਿੰਗ ਦੇ ਵਿੱਚ ਕੈਬਨਿਟ 'ਚ ਸ਼ਾਮਲ ਹੁੰਦਾ। ਇਹਦਾ ਮਤਲਬ ਉਹ ਥਿੜਕ ਗਿਆ, ਕੋਈ ਨਾ ਕੋਈ ਗੱਲਬਾਤ ਹੈ। ਇਹ ਇੱਕ ਕਿਸਮ ਦਾ ਬਾਈਕਾਟ ਕਰਦੇ ਆ ਮੀਟਿੰਗ ਦਾ। ਤੇ ਜਿਹੜੇ ਤ੍ਰਿਪਤ ਬਾਜਵਾ ਆ ਉਹ ਕਾਂਗਰਸ ਭਵਨ 'ਚ ਵੀ ਨਹੀਂ ਬੈਠਦੇ ਜਿਹੜੀ ਉਹਨਾਂ ਦੀ ਡਿਊਟੀ ਸੀ, ਜਦ ਕਿ ਪਹਿਲੇ ਦਿਨ ਬ੍ਰਹਮ ਮਹਿੰਦਰਾ ਜਿਹੜੇ ਆ ਉਹ ਨਹੀਂ ਸੀ ਆਏ, ਉਹਨਾਂ ਦੀ ਡਿਊਟੀ ਸੀ, ਪਰ ਉਹਨਾਂ ਨੇ ਆਪਣਾ ਅਲਟਰਨੇਟ ਉੱਥੇ ਭਾਰਤ ਭੂਸ਼ਣ ਆਸ਼ੂ ਭੇਜਿਆ। ਦੂਜੇ ਦਿਨ ਰੌਲਾ ਸ਼ੁਰੂ ਹੋ ਗਿਆ ਸੀ ਇਹਨਾਂ ਦਾ ਸਲਾਹਕਾਰਾਂ ਦੇ ਇਸ਼ੂ ਦੇ ਉੱਤੇ, ਤਾਂ ਵੀ ਮਨਪ੍ਰੀਤ ਬਾਦਲ ਉੱਥੇ ਜਾ ਕੇ ਬੈਠੇ ਕਾਂਗਰਸ ਭਵਨ ਦੇ ਵਿੱਚ। ਤੀਜੇ ਦਿਨ ਸੀਗੀ ਡਿਊਟੀ ਸਾਧੂ ਸਿੰਘ ਧਰਮਸੋਤ ਦੀ, ਉਦੋਂ ਤਾਂ ਪਟਾਕਾ ਹੀ ਪੈ ਗਿਆ ਸੀ। ਉਸ ਦਿਨ ਤਾਂ ਬਗਾਵਤ ਹੀ ਹੋ ਗਈ ਸੀ ਖੁੱਲੀ, ਤਾਂ ਵੀ ਧਰਮਸੋਤ ਜਾ ਕੇ ਉੱਥੇ ਕਾਂਗਰਸ ਭਵਨ ਬੈਠੇ। ਤ੍ਰਿਪਤ ਰਜਿੰਦਰ ਬਾਜਵਾ ਦਾ ਨਾ ਜਾਣਾ, ਜਿੱਥੇ ਕਹਿ ਲਓ ਵੀ ਕੈਪਟਨ ਅਮਰਿੰਦਰ ਦਾ ਹੁਕਮ ਨਾ ਮੰਨਣਾ ਵੀ ਆ, ਉੱਥੇ ਨਵਜੋਤ ਸਿੰਘ ਸਿੱਧੂ ਦਾ ਹੁਕਮ ਨਾ ਮੰਨਣਾ ਵੀ ਆ, ਕਿਉਂਕਿ ਇਹ ਫੈਸਲਾ ਤਾਂ ਨਵਜੋਤ ਸਿੰਘ ਸਿੱਧੂ ਨੇ ਕਰਵਾਇਆ ਸੀ। ਨਵਜੋਤ ਸਿੰਘ ਸਿੱਧੂ ਲੈ ਕੇ ਗਿਆ ਨਾ ਮੰਗ ਵੀ ਮੰਤਰੀਆਂ ਦਾ ਸ਼ਡਿਊਲ ਬਣਾਓ, ਉੱਥੇ ਬਿਠਾਓ। ਕੈਪਟਨ ਨੇ ਗੱਲ ਮੰਨ ਲਈ, ਯਾਨੀ ਪ੍ਰਧਾਨ ਦੀ ਗੱਲ ਵੀ ਨਹੀਂ ਮੰਨੀ ਤ੍ਰਿਪਤ ਰਜਿੰਦਰ ਬਾਜਵਾ ਨੇ, ਤੇ ਮੁੱਖ ਮੰਤਰੀ ਦੀ ਵੀ ਨਹੀਂ ਮੰਨੀ ਕਿ ਮੁੜ ਕੇ ਇਹਨਾਂ ਤਿੰਨਾਂ ਮੰਤਰੀਆਂ ਨੇ ਵਰਚੁਅਲ ਮੀਟਿੰਗ 'ਚ ਕੈਬਨਿਟ ਸ਼ਾਮਲ ਨਾ ਹੋ ਕੇ ਫਿਰ ਇੱਕ ਕਿਸਮ ਦੀ ਕਹਿ ਲਓ ਵੀ ਇਹ ਏਦਾਂ ਦੀ ਕੰਸੋਲ ਦੇ ਦਿੱਤੀ ਵੀ ਇਹ ਹੁਣ ਗਏ, ਇਹ ਹੁਣ ਰਹਿਣ ਵਾਲੇ ਨਹੀਂ ਹੈ। ਸੋ ਇਸ ਸਥਿਤੀਆਂ ਦੇ ਵਿੱਚ ਇੱਕ ਤਾਂ ਇਹ ਆਪੋ ਵਿੱਚ ਹੀ ਲੜਨ ਦੀ ਸਥਿਤੀ 'ਚ ਪੈਦਾ ਹੋਈ ਇਹਨਾਂ ਦੀ, ਦੂਜਾ ਇੱਕ ਨਵਜੋਤ ਸਿੰਘ ਸਿੱਧੂ ਨਾਲ ਵੀ ਟਕਰਾਅ ਦੀ ਸਥਿਤੀ ਪੈਦਾ ਹੋਈ ਹੈ ਇਹਨਾਂ ਦੀ ਆਪੋ ਵਿੱਚ ਹੀ। ਇੱਕ ਲੜਾਈ ਤਾਂ ਕੈਪਟਨ ਸਿੱਧੂ ਦੀ ਚੱਲਦੀ ਸੀ, ਹੁਣ ਇਹ ਜਿਹੜਾ ਬਾਗੀ ਧੜਾ ਇਹਦੇ 'ਚ ਆਪੋ ਵਿੱਚ ਇੱਕ ਝੋਤਾਣ ਸ਼ੁਰੂ ਹੋ ਗਈ ਹੈ। ਕਿਉਂਕਿ ਦੇਖੋ ਆਖਰੀ ਟਾਈਮ ਦੇ ਉੱਤੇ ਪਹਿਲਾਂ ਪ੍ਰਗਟ ਸਿੰਘ ਜਿਹੜੇ ਆ
ਉਹਨਾਂ ਨੂੰ 5 ਮੈਂਬਰੀ ਕਮੇਟੀ 'ਚ ਲਿਆ ਗਿਆ ਵੀ ਇਹ ਮਿਲਣਗੇ ਜਾ ਕੇ ਹਾਈ ਕਮਾਨ ਨੂੰ, ਜਿਹੜੇ ਬਾਅਦ 'ਚ ਦੇਹਰਾਦੂਨ 'ਚ ਜਾ ਕੇ ਬਾਕੀ ਲੋਕ ਮਿਲੇ ਆ, ਪ੍ਰਗਟ ਉੱਥੇ ਨਾਲ ਗਏ ਤੇ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਆ ਫਰੰਟ ਤੇ ਆ ਕੇ ਇਹਨਾਂ ਦੇ ਨਾਲ ਨਹੀਂ ਖੇਡੇ। ਸੋ ਇਹ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ ਵੀ ਇੱਕ ਕਿਤੇ ਨਾ ਕਿਤੇ ਮਨ 'ਚ ਇੱਕ ਆਉਣਾ ਇਹਨਾਂ ਨੇ ਵੀ ਲੜਾਈ ਤਾਂ ਸ਼ੁਰੂ ਹੋਈ ਸੀ ਇਸ ਢੰਗ ਨਾਲ ਵੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾ ਕੇ, ਤੇ ਇਸ ਮਸਲੇ ਤੇ ਸਿੱਧੂ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਤੇ ਸਿੱਧੂ ਤਾਂ ਚੁੱਪ ਬੈਠੇ ਨੇ। ਸੋ ਇਹਨਾਂ ਦੀ ਆਪਸ ਤੇ ਜਿਹੜੀ ਲੜਾਈ ਆ ਉਹ ਵੀ ਇੱਕ ਨਵਾਂ ਸੰਕਟ ਪੈਦਾ ਕਰੇਗੀ। ਸੋ ਕਾਫੀ ਵੱਡਾ ਇੱਕ ਕਹਿ ਲਓ ਵੀ ਸੰਕਟ ਖੁਦ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਖੜਾ ਹੋ ਗਿਆ ਵੀ ਹੁਣ ਮੈਂ ਕਰਨਾ ਕੀ ਹੈ। ਤੇ ਜੇ ਉਹ ਤਾਲਮੇਲ ਬਣਾ ਕੇ ਚੱਲਦੇ ਆ, ਫਿਰ ਤੋਂ ਕੋਸ਼ਿਸ਼ ਕਰਦੇ ਆ ਹਾਈਕਮਾਂਡ ਦੇ ਕਹੇ ਤੇ ਵੀ ਕੈਪਟਨ ਅਮਰਿੰਦਰ ਦਾ ਤਾਲਮੇਲ ਬਣਾ ਕੇ ਚੱਲੋ, ਤੁਸੀਂ ਪ੍ਰਧਾਨ ਦੇ ਤੌਰ ਤੇ ਕੰਮ ਕਰੋ, ਸਰਕਾਰ ਉਹ ਚਲਾ ਰਹੇ ਉਹਨਾਂ ਨੂੰ ਚਲਾਉਣ ਦਿਓ। ਫਿਰ ਮੁਸ਼ਕਲ ਹੈ ਵੀ ਇਹ ਜਿਹੜਾ ਮਾਝਾ ਬ੍ਰਿਗੇਡ ਹੈ ਤੇ ਜਿਹੜੇ 20 MLA ਦੱਸਦੇ ਆ ਵੀ ਉਹਨਾਂ ਦਾ ਕੀ ਬਣੂ, ਉਹ ਕਿੱਥੇ ਜਾਣਗੇ? ਕਿ ਉਹ ਫਿਰ ਇਸੇ ਤਰ੍ਹਾਂ ਚੱਲਣਗੇ ਜਾਂ ਉਹਨਾਂ ਨੂੰ ਮਜਬੂਰੀ ਦੇ ਵਿੱਚ ਕੈਪਟਨ ਦੀ ਛਤਰੀ ਤੇ ਆ ਕੇ ਬਹਿਣਾ ਪਊਗਾ, ਜਾਂ ਫਿਰ ਉਹ ਪੰਜਾਬ ਕਾਂਗਰਸ ਦੇ ਨਾਂ ਦੀ ਨਵੀਂ ਪਾਰਟੀ ਬਣਾਉਣਗੇ, ਜਾਂ ਫਿਰ ਅਰਵਿੰਦ ਕੇਜਰੀਵਾਲ ਵਰਗਾ ਜਾਂ ਸੁਖਬੀਰ ਬਾਦਲ ਵਰਗਾ ਕੋਈ ਬੰਦਾ ਲਾਲਚ ਦਊਗਾ ਤੇ ਉਧਰ ਜਾਣਗੇ। ਟੁੱਟ ਭੱਜ ਥੋੜੀ ਬਹੁਤ ਹੋ ਸਕਦੀ ਹੈ ਤੇ ਜ਼ਿਆਦਾ ਨਹੀਂ। ਹੁਣ ਹਾਲਾਤ ਇਹ ਹੈ ਕਿ ਕੈਪਟਨ ਜਿਹੜੇ ਆ ਉਹ ਫੇਰ ਤੋਂ ਆਪਣੀ ਜਿਹੜੀ ਹੈ ਇੱਕ ਕਹਿ ਲਓ ਵੀ ਸਰਦਾਰੀ ਕਾਇਮ ਕਰਦੇ ਹੋਏ ਦਿਖਾਈ ਦੇ ਰਹੇ ਹਾਈਕਮਾਨ ਦੇ ਏਦਾਂ ਦੇ ਦਖਲ ਤੋਂ ਬਾਅਦ। ਦੂਜਾ ਜਿਹੜਾ ਸੇਵਾ ਸਿੰਘ ਸੇਖਵਾਂ ਵਾਲਾ ਮਾਮਲਾ, ਦੇਖੋ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਮੀਡੀਆ ਤਾਂ ਝੱਟ ਗੱਲ ਚੱਕ ਦਿੰਦਾ। ਸੇਵਾ ਸਿੰਘ ਸੇਖਵਾਂ ਨੂੰ ਕੋਈ CM ਦਾ ਕੈਂਡੀਡੇਟ ਕਹੀ ਜਾਂਦੇ ਆ, ਪਰ ਇਹ ਪੋਸੀਬਿਲਿਟੀ ਨਹੀਂ ਹੈ। ਕੋਈ ਕੱਲ ਆਵੇ ਪਾਰਟੀ ਦੇ ਵਿੱਚ ਆਉਂਦਿਆਂ ਨੂੰ CM ਦਾ ਕੈਂਡੀਡੇਟ ਬਣਾ ਦੋ, ਕਿੱਦਾਂ ਇਹ ਪ੍ਰਵਾਨ ਹੋ ਜਾਊਗਾ? ਥੱਲਾ ਕੇਡਰ ਜਿਹੜਾ ਮਾੜਾ ਮੋਟਾ ਹੈਗਾ ਆਮ ਆਦਮੀ ਪਾਰਟੀ ਦਾ, ਉਹ ਹੀ ਨਹੀਂ ਪ੍ਰਵਾਨ ਕਰੇਗਾ। ਭਗਵੰਤ ਮਾਨ ਨੇ ਤਾਂ ਕੀ ਪ੍ਰਵਾਨ ਕਰਨਾ? ਭਗਵੰਤ ਮਾਨ ਤਾਂ 12 ਦਿਨ ਇਸੇ ਗੱਲੋਂ ਰੁੱਸਿਆ ਰਿਹਾ, ਕੱਲ ਤਰਲੇ ਤੁਰਲੇ ਕਰਕੇ ਉਹਨੂੰ ਨਾਲ ਲੈ ਗਏ ਤਾਂ ਉਹ ਚਲ ਗਏ, ਪਰ ਨਾ ਤਾਂ ਉਹਦੀ ਬੋਡੀ ਲੈਂਗੁਏਜ, ਨਾ ਕੋਈ ਉਹਦੀਆਂ ਗੱਲਾਂ ਬਾਤਾਂ ਕੋਈ ਏਦਾਂ ਦੀਆਂ ਜਿਹੜੀਆਂ ਦੱਸਦੀਆਂ ਹੁਣ ਵੀ ਉਹ ਖੁਸ਼ ਹੈ। ਸੋ ਪਰ ਦੂਜੀ ਗੱਲ, ਜਿਹੜਾ ਆਮ ਆਦਮੀ ਪਾਰਟੀ ਦਾ ਸਿਲਸਿਲਾ ਸ਼ੁਰੂ ਹੋ ਗਿਆ, ਤੁਸੀਂ 5 ਸਾਲ ਪਹਿਲਾਂ 7 ਸਾਲ ਪਹਿਲਾਂ ਆਮ ਆਦਮੀ ਪਾਰਟੀ ਦਾ ਕਲਚਰ ਦੇਖੋ ਤਾਂ ਅੱਜ ਦਾ ਕਲਚਰ ਦੇਖੋ। ਉਹ ਤਾਂ ਦਾਅਵੇ ਕਰਦੇ ਸੀ ਅਸੀਂ ਆਮ ਕਿਰਤੀ ਮਜ਼ਦੂਰ ਰੇਹੜੀ ਵਾਲਿਆਂ ਦੇ ਬੱਚੇ ਪੋਲੀਟੀਸ਼ੀਅਨ ਬਣਾ ਦਿੰਦੇ ਆ, ਪੜ੍ਹੇ ਲਿਖੇ ਬੱਚੇ ਮੁੰਡੇ ਕੁੜੀਆਂ ਜਿਹੜੇ ਸਧਾਰਨ ਘਰਾਂ ਦੇ ਆ ਉਹ ਪੋਲੀਟਿਕਸ 'ਚ ਲੈ ਕੇ ਆਉਣੇ ਆ। ਅਸੀਂ ਪੰਜਾਬ ਨੂੰ ਇੱਕ ਅਲਟਰਨੇਟ ਦੇਣਾ, ਪੰਜਾਬ ਨੂੰ ਬਦਲ ਦੇਣਾ ਆ। ਪਰ ਉਹ ਜਿਹੜਾ ਵੀ ਸਾਹਮਣੇ ਆਉਂਦਾ ਉਹਦੇ ਸਾਰੇ ਗੁਨਾਹ ਕੀਤਾ, ਉਹਨੇ ਨਹੀਂ ਕੀਤਾ, ਪਰ ਕਿਸੇ ਵੀ ਪਾਰਟੀ ਦਾ ਕੋਈ ਵੀ ਆਉਂਦਾ ਉਹਦੇ ਘਰ ਪਹੁੰਚ ਜਾਂਦੇ ਆ। ਤੇ ਕਦੀ ਹੋਇਆ ਸੀ ਅਰਵਿੰਦ ਕੇਜਰੀਵਾਲ ਲੋਕਾਂ ਦੇ ਘਰਾਂ 'ਚ ਜਾ ਕੇ ਪਾਰਟੀ 'ਚ ਲੋਕਾਂ ਨੂੰ ਸ਼ਾਮਲ ਕਰਾਉਣ? ਇੱਥੇ ਤੱਕ ਹੰਕਾਰ ਸੀ ਇਹਨਾਂ ਲੋਕਾਂ ਦਾ ਵੀ ਜੇ ਕੋਈ ਕਹਿੰਦਾ ਸੀ ਮਨਪ੍ਰੀਤ ਬਾਦਲ ਵਰਗਾ ਵੀ ਸਾਡੇ ਨਾਲ ਸਮਝੌਤਾ ਕਰ ਲਓ, ਚੋਣ ਸਮਝੌਤਾ, ਪੀਪਲਸ ਪਾਰਟੀ ਸੀ, ਤਾਂ ਕਹਿੰਦੇ ਸੀ ਆਪਣੀ ਪਾਰਟੀ ਮਰਜ ਕਰ ਆਮ ਆਦਮੀ ਪਾਰਟੀ 'ਚ, ਫੇਰ ਲਵਾਂਗੇ ਤੈਨੂੰ। ਐਡਾ ਹੰਕਾਰ ਸੀ, ਕਿਸੇ ਨਾਲ ਕੋਈ ਚੋਣ ਸਮਝੌਤਾ ਨਹੀਂ ਸੀ ਕਰਦੇ। ਪਾਰਟੀ ਆਪਣੀ ਮਰਜ ਕਰ ਦਿਓ, ਪਾਰਟੀ ਭੰਗ ਕਰੋ, ਸਾਡੇ 'ਚ ਆਏ, ਏਦਾਂ ਦੀਆਂ ਸ਼ਰਤਾਂ ਰੱਖਦੇ ਸੀ। ਅੱਜ ਨਾ ਦੀ ਦਾ ਕੋਈ ਅਕਾਲੀ ਤੇ ਨਾ ਦੀ ਦਾ ਕੋਈ ਕਾਂਗਰਸੀ, ਜਿਹੜਾ ਵਜ਼ੀਰਾ ਚੱਕ ਕੇ ਲਈ ਆਉਂਦੇ ਆ ਤੇ ਕਿਹੜਾ ਬਦਲ ਦੇਣਾ ਤੇ ਕੀ ਕਰਨਾ ਹੈ। ਸੋ ਲੋਕ ਇਹਨਾਂ ਤੋਂ ਵੀ ਬਹੁਤ ਖਾਸੇ ਨਿਰਾਸ਼। ਦਸਾਂਝ ਸਾਹਿਬ, ਕੇਜਰੀਵਾਲ ਹੋਰਾਂ ਦੀ ਜਿਹੜੀ ਗੱਲ ਹੈ ਆਪਾਂ ਬਾਰ-ਬਾਰ ਉਹ ਕਰਦੇ ਆ ਹਰ ਰੋਜ਼। ਇੱਕ ਗੱਲ ਤੇ ਆ ਕਿ ਉਹਨਾਂ ਦਾ ਪੰਜਾਬ ਵਿਜ਼ਨ ਕੋਈ ਹੈ ਨਹੀਂ, ਕੋਈ ਚੀਜ਼ ਉਹਨਾਂ ਪੰਜਾਬ ਬਾਰੇ ਅਜੇ ਤੱਕ ਕੋਈ ਐਸਾ ਪਲੇਟਫਾਰਮ ਨਹੀਂ ਦੱਸਿਆ ਕਿ ਜਿਹੜਾ ਆਮ ਆਦਮੀ ਪਾਰਟੀ ਆਊਗੀ। ਸਿਰਫ ਦੋ ਗੱਲਾਂ ਕਿ ਐਜੂਕੇਸ਼ਨ ਤੇ ਸਕੂਲ ਤੇ ਬਿਜਲੀ, 2-3 ਚੀਜ਼ਾਂ ਨੂੰ, ਤੇ ਆਪਾਂ ਪੰਜਾਬ ਦਾ ਕੋਈ ਮਾਸਟਰ ਪਲਾਨ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਕੋਲ ਕੋਈ ਹੈ, ਕੋਈ ਵਿਜ਼ਨ ਐਸਾ ਹੈ ਕਿ ਉਹ ਪੰਜਾਬ ਲਈ ਕੀ ਕਰ ਲੈਣਗੇ। ਇਹ ਦੋ ਚੀਜ਼ਾਂ ਜਿਹੜੀਆਂ ਦਿੱਲੀ 'ਚ ਕੀਤੀਆਂ, ਉਹਨਾਂ ਨੂੰ ਇਨ ਬਿਨ ਲਾਗੂ ਕਰਨਾ ਸ਼ਾਇਦ ਪੰਜਾਬ 'ਚ ਸੰਭਵ ਵੀ ਨਾ ਹੋਵੇ। ਪਰ ਦੂਜੇ ਪਾਸੇ ਉਹਨਾਂ ਦੀ ਆਪਣੀ ਪਾਲਿਸੀ ਹੀ ਸਮਝ ਨਹੀਂ ਆਉਂਦੀ ਕਿ ਇੱਕ ਵੱਡਾ, ਆਪਾਂ ਸਾਰੇ ਸਮਝਦੇ ਹਾਂ ਕਿ ਭਾਵੇਂ ਪਾਰਟੀ ਦਾ ਪ੍ਰੋਗਰਾਮ ਕੋਈ ਵੀ ਹੋਵੇ ਉਹਦੇ ਲਈ ਉਹਨਾਂ ਨੂੰ ਪਰ ਚਿਹਰਾ ਵੀ ਹੁੰਦਾ, ਜਿਹੜਾ ਚਿਹਰਾ, ਕਿਉਂਕਿ ਲੋਕ ਚਿਹਰੇ ਦੇ ਪਿੱਛੇ ਲੱਗਦੇ ਆ। ਫਿਲਮ ਨੂੰ ਆਪਾਂ ਹੀਰੋ ਨੂੰ ਪਿੱਛੇ ਲੱਗ ਕੇ ਵੇਖਦੇ ਆ ਕਿ ਕਿਹੜੇ ਹੀਰੋ ਦੀ ਪਿਕਚਰ ਆ, ਕੌਣ ਹੀਰੋਇਨ ਆ। ਤੇ ਭਾਵੇਂ ਫਿਲਮ ਦੀ ਸਟੋਰੀ ਕੋਈ ਵੀ ਹੋਵੇ, ਕਈ ਵਾਰ ਸਟੋਰੀ ਹੁੰਦੀ ਨਹੀਂ ਤੇ ਫਿਲਮ ਚੱਲ ਜਾਂਦੀ ਆ ਕਿ ਸਲਮਾਨ ਖਾਨ ਦੀ ਫਿਲਮ ਆ, ਕਿਉਂਕਿ ਚਿਹਰਿਆਂ ਦੇ ਪਿੱਛੇ ਲੋਕ ਜਿਹੜੇ ਆਪਣੇ ਹੀਰੋ ਲੱਭਦੇ ਨੇ। ਇੱਦਾਂ ਹੀ ਸਿਆਸਤ ਵਿੱਚ ਵੀ ਕਿਤੇ ਨਾ ਕਿਤੇ ਹੈ। ਤੇ ਕੀ ਲੱਗਦਾ ਹੈ ਕਿ ਚਿਹਰੇ ਦੀ ਤਲਾਸ਼ 'ਚ ਅਜੇ ਵੀ ਨੇ? ਪਿਛਲੀ ਵਾਰ ਜਿਹੜੇ ਨੁਕਸਾਨ ਹੋਏ ਉਹਨਾਂ 'ਚ ਇੱਕ ਵੱਡਾ ਨੁਕਸਾਨ ਇਹ ਵੀ ਸੀ ਕਿ ਉਹਨਾਂ ਕੋਲ ਚਿਹਰਾ ਕੋਈ ਨਹੀਂ ਸੀਗਾ, ਹੋਰ ਗੱਲਾਂ ਵੀ ਸੀ, ਬਹੁਤ ਕੁਝ ਹੋਰ ਸੀਗਾ, ਪਰ ਇੱਕ ਵੱਡਾ ਇਲਜ਼ਾਮ ਇਹ ਸੀਗਾ। ਦੂਜਾ ਇਲਜ਼ਾਮ ਇਹ ਸੀ ਭਗਵੰਤ ਮਾਨ ਤੇ ਕਿ ਉਹਨਾਂ ਨੇ ਕੋਈ ਵੱਡੇ ਕੱਦ ਦਾ ਨੇਤਾ ਆਉਣ ਨਹੀਂ ਦਿੱਤਾ। ਤੇ ਇਸ ਵਾਰੀ ਭਗਵੰਤ ਮਾਨ ਨੂੰ ਲਾਂਭੇ ਕਰਕੇ ਨੇਤਾ ਵੀ ਆ ਰਹੇ ਆ ਤੇ ਜਿਹੜੇ ਆਮ ਵਰਕਰ ਸੀ ਉਹ ਫਿਰ ਪਿੱਛੇ ਰਹਿ ਰਹੇ ਆ।
ਕੱਲ ਹੀ ਮੈਂ ਕਿਸੇ ਰੇਡੀਓ ਤੇ ਇੱਥੇ ਸੁਣ ਰਿਹਾ ਸੀ, ਕੋਈ ਮਿਸਟਰ ਵਾਲੀਆ ਨੇ ਚੰਡੀਗੜ੍ਹ ਤੋਂ, ਉਹਨਾਂ ਆਮ ਆਦਮੀ ਪਾਰਟੀ ਛੱਡੀ ਆ, ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਪੋਜੀਸ਼ਨ ਸੀ। ਉਹ ਜਿੱਦਾਂ ਦੀਆਂ ਗੱਲਾਂ ਦੱਸ ਰਹੇ ਸੀ ਆਮ ਪਾਰਟੀ ਦੇ ਅੰਦਰ ਦੀਆਂ, ਤੇ ਉਹ ਤੇ ਬੜੀਆਂ ਹੀ ਹੈਰਾਨਕੁਨ ਸੀਗੀਆਂ ਕਿ ਕਿਸ ਤਰ੍ਹਾਂ ਦੀ ਕਰਪਸ਼ਨ ਹੈ, ਕਿਸ ਤਰ੍ਹਾਂ ਦੇ ਦਿੱਲੀ ਵਾਲਿਆਂ ਨੂੰ ਪੰਜਾਬ ਤੇ ਵਿਸ਼ਵਾਸ ਹੀ ਨਹੀਂ ਆ, ਤੇ ਪੰਜਾਬ ਦੇ ਲੀਡਰਾਂ ਦੇ ਉੱਤੇ ਆਪਣਾ ਅੰਕੁਸ਼ ਰੱਖਣ ਲਈ ਉਹ ਬਿਲਕੁਲ ਪੁਰਾਣਾ ਜਿੱਦਾਂ ਉਹਨਾਂ ਨੇ ਅਬਜ਼ਰਵਰ ਲਾਏ ਸੀ ਉਹੋ ਜਿਹਾ ਐਟੀਟਿਊਡ ਹੁਣ ਵੀ ਆ। ਉਹ ਇੱਕ ਛੋਟਾ ਜਿਹਾ ਮੁੰਡਾ ਜਿਹੜਾ ਉਹ ਸੀਏ ਆ, ਕੋਈ ਕਿਸੇ ਆਪਣਾ ਕੀਤੀ ਹੋਈ, ਉਹਨੂੰ ਪੰਜਾਬ 'ਚ ਬਿਠਾਤਾ, ਪਹਿਲਾਂ ਜਰਨੈਲ ਸਿੰਘ ਨੂੰ ਲਾਇਆ ਇੰਚਾਰਜ, ਤੇ ਇੰਚਾਰਜ ਦੇ ਉੱਤੇ ਇੱਕ ਹੋਰ ਬੰਦਾ ਬਾਤਾ, ਤੇ ਜਿੰਨੇ ਲੀਡਰ ਆ ਰਹੇ ਆ ਬਾਹਰੋਂ ਸਾਰਿਆਂ ਨੂੰ ਲਿਆਉਣ ਦੀ ਕਾਰਵਾਈ ਉਹਦੇ ਥਰੂ ਹੋ ਰਹੀ ਆ। ਨਾ ਭਗਵੰਤ ਦਾ ਨਾਂ ਆ, ਨਾ ਕਿਸੇ ਹੋਰ ਦਾ ਨਾਂ ਆ, ਕਦੀ ਬੀਬੀ ਬਲਜਿੰਦਰ ਕੌਰ ਦਾ ਨਾਂ ਕਦੀ ਅੱਗੇ ਕਰ ਦਿੰਦੇ ਆ ਵੀ ਸ਼ਾਇਦ ਇੱਕ ਵੂਮਨ ਕੈਂਡੀਡੇਟ ਦੇ ਤੌਰ ਤੇ ਸੀਐਮ ਲਈ ਇੱਕ ਚਿਹਰਾ ਉਹ ਹੋ ਸਕਦੀ ਆ, ਪਰ ਉਹਨਾਂ ਦਾ ਜਿੱਦਾਂ ਦਾ ਵਿਰੋਧ ਆ, ਜਿੱਦਾਂ ਦਾ ਉਹਨਾਂ ਦੇ ਹਲਕੇ 'ਚ ਲੋਕ ਮਹਿਸੂਸ ਕਰ ਰਹੇ ਆ, ਤੇ ਇਹ ਸਾਰੀ ਕੁਝ ਖੇਡ ਜਿਹੜੀ ਆ, ਪਤਾ ਨਹੀਂ ਇਹ ਕੇਜਰੀਵਾਲ ਦੀ ਖੇਡ ਸਾਨੂੰ ਸਮਝ ਨਹੀਂ ਆ ਰਹੀ ਜਾਂ ਕੇਜਰੀਵਾਲ ਨੂੰ ਸਿਆਸਤ ਨਹੀਂ ਸਮਝ ਆ ਰਹੀ। ਦੇਖੋ, ਆਮ ਆਦਮੀ ਪਾਰਟੀ ਬਾਰੇ ਅਸੀਂ ਅਕਸਰ ਜ਼ਿਕਰ ਕਰਦੇ ਰਹੇ ਹਾਂ, ਸ਼ੁਰੂ ਤੋਂ ਸਾਡੇ ਥੋੜੇ ਵਿਚਾਰ ਵੱਖਰੇ ਆਮ ਆਦਮੀ ਪਾਰਟੀ ਬਾਰੇ, ਤੇ ਕਾਫੀ ਚੀਜ਼ਾਂ ਪ੍ਰਮਾਣਿਤ ਵੀ ਹੋ ਰਹੀਆਂ ਵੀ ਇਹ ਕੋਈ ਵੱਖਰੇ ਕਿਸਮ ਦਾ ਕੋਈ ਵਰਤਾਂਤ ਉਸਾਰਨ ਵਾਲੀ ਧਿਰ ਜਿਹੜੀ ਹੈ ਨਹੀਂ ਹੈ। ਇਸ ਕਰਕੇ ਉਹ ਸਾਰਾ ਕੁਝ ਜਿੱਦਾਂ ਬਾਕੀ ਧਿਰਾਂ ਦੇ ਵਿੱਚ ਜਾਂ ਪਾਰਟੀ 'ਚ ਹੋ ਰਿਹਾ ਉੱਦਾਂ ਹੀ ਹੋ ਰਿਹਾ ਹੈ। ਦੇਖੋ, ਇਹਦੇ 'ਚ ਮੈਂ ਬੜਾ ਸਪਸ਼ਟ ਹੈ ਕਿ ਭਗਵੰਤ ਮਾਨ ਕਿਸੇ ਨੂੰ ਵੀ ਪ੍ਰਵਾਨ ਨਹੀਂ ਕਰੇਗਾ, ਜਿਹੜਾ ਮਰਜ਼ੀ ਇਹ ਕੈਂਡੀਡੇਟ ਲੈ ਆਉਣ ਸੀਐਮ ਦਾ। ਪਤਾ ਭਗਵੰਤ ਮਾਨ ਨੂੰ ਵੀ ਹੈ ਕਿ ਸੀਐਮ ਦਾ ਕੈਂਡੀਡੇਟ ਐਲਾਨਣ ਦਾ ਮਤਲਬ ਇਹ ਥੋੜ੍ਹਾ ਹੈ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਹੀ ਜਾਏਗਾ, ਕਿਉਂਕਿ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਜਿਹੜੀ ਹੈ ਉਹਦੇ ਬਾਰੇ ਵੀ ਅਸੀਂ ਸਪਸ਼ਟ ਹੈ ਕਿ ਉਹ ਪਰਫਾਰਮੈਂਸ ਨਹੀਂ ਰਹਿਣੀ ਜਿਹੜੀ ਪਿਛਲੀ ਵਾਰ ਸੀ, ਉਹਦੇ ਤੋਂ ਕਾਫੀ ਜ਼ਿਆਦਾ ਥੱਲੇ ਜਾਣੀ ਹੈ ਗੱਲ। ਤੇ ਪਰ ਇੱਕ ਚਾਅ ਜਿਹਾ ਹੁੰਦਾ ਵੀ ਹਾਂ ਇਤਿਹਾਸ ਦੇ ਵਿੱਚ ਦਰਜ ਹੋ ਜਾਏਗਾ ਵੀ ਕਿਸੇ ਵੇਲੇ ਭਗਵੰਤ ਮਾਨ ਵੀ ਮੁੱਖ ਮੰਤਰੀ ਦਾ ਕੈਂਡੀਡੇਟ ਹੁੰਦਾ ਸੀ। ਤੇ ਦੂਜੀ ਗੱਲ ਹੈ ਵੀ ਭਗਵੰਤ ਮਾਨ ਨੇ, ਦੇਖੋ ਭਗਵੰਤ ਮਾਨ ਦੇ ਨਾਲ ਤੁਸੀਂ ਸਹਿਮਤ ਹੋਵੋ ਨਾ ਸਹਿਮਤ ਹੋਵੋ, ਸ਼ੁਰੂਆਤ ਦੇ ਵਿੱਚ ਇਹ ਵੀ ਗੱਲਾਂ ਹੁੰਦੀਆਂ ਰਹੀਆਂ ਵੀ ਉਹ ਬਹੁਤ ਮੈਚੁਰ ਪੋਲੀਟੀਸ਼ੀਅਨ ਨਹੀਂ ਹੈ, ਤੇ ਕਈ ਵਾਰੀ ਉਹਨੂੰ ਫਿਰ ਭੰਡ ਭੁੰਡ ਕਈ ਕੁਛ ਲੋਕ ਕਹਿੰਦੇ ਰਹੇ ਆ। ਪਰ ਪਿਛਲੇ ਲੰਬੇ ਸਮੇਂ ਤੋਂ ਜੇ ਪੰਜਾਬ ਦੀ ਆਵਾਜ਼ ਜੇ ਕਿਸੇ ਨੇ ਉਠਾਈ ਹੈ ਪਾਰਲੀਮੈਂਟ 'ਚ ਜਾ ਕੇ, ਤਾਂ ਉਹ ਇਕੱਲਾ ਭਗਵੰਤ ਮਾਨ ਹੀ ਹੈ। ਇਹ ਤਾਂ ਗੱਲ ਮੰਨਣੀ ਪਊਗੀ। ਬਿਲਕੁਲ। ਦੂਜੀ ਗੱਲ ਇਹ ਵੀ ਗੱਲ ਮੰਨਣੀ ਪਊਗੀ, ਜੇ ਆਮ ਆਦਮੀ ਪਾਰਟੀ ਪੰਜਾਬ 'ਚ ਕੁਝ ਹੋਂਦ ਹੈ ਤਾਂ ਉਹ ਵੀ ਭਗਵੰਤ ਮਾਨ ਕਰਕੇ ਹੈ। ਇਹ ਗੱਲ ਵੀ ਮੰਨਣੀ ਪਊਗੀ ਕਿ 550 ਤੋਂ ਵੱਧ ਕੈਂਡੀਡੇਟ ਹੁਣ ਤੱਕ ਲੋਕ ਸਭਾ ਦੇ ਵੱਖ-ਵੱਖ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਖੜੀ ਕਰ ਚੁੱਕੀ ਹੈ, ਤੇ ਜੇ ਕੋਈ ਜਿੱਤਿਆ ਤੇ 5 MP ਜਿੱਤੇ ਆ ਸਾਰੇ 550 ਦੇ ਵਿੱਚੋਂ, ਤੇ 5 ਪੰਜਾਬ ਤੋਂ, 5 ਚੋਂ ਇੱਕ ਦੂਜੀ ਵਾਰੀ ਜਿੱਤਿਆ ਜਿਹਦਾ ਨਾਮ ਭਗਵੰਤ ਮਾਨ। ਸੋ ਭਗਵੰਤ ਮਾਨ ਨੂੰ ਪਾਸੇ ਕਰਕੇ ਜੇ ਕੋਈ ਇਹ ਤਸੱਵਰ ਕਰੇ ਅਰਵਿੰਦ ਕੇਜਰੀਵਾਲ ਵਰਗਾ ਬੰਦਾ ਵੀ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਵਾਈਵ ਕਰ ਜਾਏਗੀ, ਤਾਂ ਇਹਦੀ ਪੋਸੀਬਿਲਿਟੀ ਬਿਲਕੁਲ ਨਹੀਂ ਆ। ਆਮ ਆਦਮੀ ਪਾਰਟੀ ਬਹੁਤ ਵੱਡੇ ਨੁਕਸਾਨ ਜਾਏਗੀ। ਖੁਦ ਭਗਵੰਤ ਮਾਨ ਕਿਤੇ ਹੋਰ ਜਾ ਸਕਦੇ, ਭਾਵੇਂ ਭਗਵੰਤ ਮਾਨ ਨੇ ਹੁਣ ਤੱਕ ਬਹੁਤ ਦਿਆਨਤਦਾਰੀ ਨਾਲ, ਇਮਾਨਦਾਰੀ ਨਾਲ ਕੰਮ ਕੀਤਾ। ਵੱਖਰੀ ਗੱਲ ਹੈ ਨੇੜੇ ਤੇੜੇ ਆਪਣੇ ਕੋਈ ਲੱਗਣ ਨਹੀਂ ਦਿੱਤਾ। ਜਿਹੜੀ ਗੱਲ ਮੈਂ ਬਹੁਤ ਚਿਰ ਪਹਿਲਾਂ ਇੱਕ ਕਹੀ ਸੀ, ਮੈਂ ਦੁਹਰਾ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਤਾਕਤ ਕੀ ਹੈ ਤੇ ਕਮਜ਼ੋਰੀ ਕੀ ਹੈ। ਜੇ ਅਸੀਂ ਦਿੱਲੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ, ਜਾਂ ਓਵਰਆਲ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਅਰਵਿੰਦ ਕੇਜਰੀਵਾਲ ਹੈ, ਤੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਵੀ ਅਰਵਿੰਦ ਕੇਜਰੀਵਾਲ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਭਗਵੰਤ ਮਾਨ ਹੈ, ਤੇ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਵੀ ਭਗਵੰਤ ਮਾਨ ਹੀ ਹੈ ਪੰਜਾਬ 'ਚ ਆਮ ਆਦਮੀ ਪਾਰਟੀ। ਉਹ ਵੱਖਰੀਆਂ ਗੱਲਾਂ ਨੇ ਇਹ, ਪਰ ਜਦੋਂ ਤੁਸੀਂ ਕਿਸੇ ਨੂੰ ਕੈਂਡੀਡੇਟ ਐਲਾਨ ਦਿੱਤਾ ਵੀ ਆਹ ਕੈਂਡੀਡੇਟ ਅਸੀਂ ਸਿੱਖ ਚਿਹਰਾ ਲੈ ਕੇ ਆਉਣਾ, ਪਹਿਲੀ ਗੱਲ ਤੇ ਇਹ ਜਿਹੜੀ ਜਿਸ ਕਿਸਮ ਦੀ ਰਾਜਨੀਤੀ ਹੈ ਇਹ ਰਾਜਨੀਤੀ ਖਤਰਨਾਕ ਹੈ। ਪਰ ਜੇ ਤੁਸੀਂ ਹੁਣ ਕਹਿ ਹੀ ਦਿੱਤਾ ਤੇ ਫਿਰ ਜੇ ਲੈ ਕੇ ਆਓਗੇ ਤੇ ਤੁਸੀਂ ਇਸ ਗੱਲ ਤੇ ਡੋਰਾ ਰੱਖਣੀ ਹੈ ਵੀ ਹਾਂ ਵੀ ਠੀਕ ਹੈ ਨਵਜੋਤ ਸਿੰਘ ਸਿੱਧੂ ਜਿਹੜਾ ਆ ਉਹਨੂੰ ਬਣਾ ਦਾਂਗੇ ਜੀ ਆਪਣਾ ਕੈਂਡੀਡੇਟ, ਨਹੀਂ ਜੀ ਉਹ ਗੱਲ ਬਣਦੀ ਨਹੀਂ। ਫਿਰ ਬਲਵੀਰ ਰਾਜੇਵਾਲ ਨੂੰ ਬਣਾ ਦਾਂਗੇ ਜੀ, ਨਹੀਂ ਇਹ ਵੀ ਨਹੀਂ ਗੱਲ ਬਣਦੀ, ਉਹਨੇ ਡਿਨਾਈ ਕਰਤਾ। ਫਿਰ ਉਹ ਓਬਰਾਏ ਹੈਗਾ ਜਿਹੜਾ ਬਿਜ਼ਨਸਮੈਨ ਉਹਨੂੰ ਬਣਾ ਦਾਂਗੇ, ਇਹ ਵੀ ਨਹੀਂ ਗੱਲ ਬਣੀ। ਤਾਂ ਚਲੋ ਫਿਰ ਠੀਕ ਹੈ ਸੇਵਾ ਸਿੰਘ ਸੇਖਵਾਂ ਲੈ ਆਉਂਦੇ, ਜਾਂ ਫਿਰ ਨਹੀਂ ਗੱਲ ਬਣਦੀ ਤਾਂ ਕੋਈ ਮਹਿਲਾ ਲੈ ਆਉਂਦੇ ਆ, ਬਲਜਿੰਦਰ ਕੌਰ ਲੈ ਆਉਂਦੇ ਆ। ਇਹ ਗੱਲਾਂ ਜਿਹੜੀਆਂ ਨਾ ਜੀ ਇਹ ਸ਼ਾਇਦ ਅਸੀਂ ਤਾਂ ਵੈਸੇ ਵਿਚਾਰ ਰਹੇ ਹਾਂ ਭਗਵੰਤ ਮਾਨ ਨੂੰ ਬਹੁਤ ਤਕਲੀਫ ਦਿੰਦੀ ਹੈ। ਇਸੇ ਕਰਕੇ ਉਹਦਾ 14 ਦਿਨ ਦਾ
ਨਹੀਂ ਹੋਇਆ ਪੂਰਾ 14 ਦਿਨ ਦਾ ਉਪਵਾਸ, 12 ਕੁ ਦਿਨ ਬਾਅਦ ਹੀ ਉਹਨੂੰ ਲਿਆਉਣਾ ਪਿਆ, ਮਜਬੂਰੀ 'ਚ ਲੈ ਕੇ ਆਏ। ਕਿੱਦਾਂ ਲੈ ਕੇ ਆਏ, ਕਿੱਦਾਂ ਬਣਾ ਕੇ ਲੈ ਕੇ ਆਏ, ਕਿਹਾ ਨਹੀਂ ਜਾ ਸਕਦਾ। ਪਰ ਜੇ ਇਹ ਕਦਮ ਚੁੱਕਿਆ ਗਿਆ, ਜਿਹਦੀ ਸੰਭਾਵਨਾ ਫੇਰ ਬਣ ਰਹੀ ਹੈ ਵੀ ਕੋਈ ਹੋਰ ਬੰਦਾ ਲੈ ਆਏਗੇ, ਉਹ ਸੰਭਾਵਨਾ ਇਸ ਕਰਕੇ ਬਣ ਰਹੀ ਹੈ ਵੀ ਜਿਹੜਾ ਕਾਂਗਰਸ ਪਾਰਟੀ ਦਾ ਖਾਟੋ ਕਲੇਸ਼ ਹੈ ਜਿਸ ਲੈਵਲ ਤੇ ਪਹੁੰਚ ਗਿਆ, ਉਹਦੇ 'ਚ ਫੇਰ ਨਜ਼ਰਾਂ ਕੱਢ ਦਿੱਤੀਆਂ ਅਰਵਿੰਦ ਕੇਜਰੀਵਾਲ ਨੇ ਇਹਨਾਂ ਦੇ ਸਾਰੇ ਘਟਨਾ ਚੱਕਰ ਤੇ ਖਬਰਾਂ ਇਹ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪੋਜੀਸ਼ਨ ਬਹੁਤ ਟਾਈਟ ਹੋ ਗਈ, ਨਵਜੋਤ ਸਿੰਘ ਸਿੱਧੂ ਤਾਂ ਫਸ ਗਏ ਬਹੁਤ ਬੁਰੀ ਤਰ੍ਹਾਂ, ਤੇ ਉਹਨਾਂ ਨੂੰ ਫਸਾਇਆ ਗਿਆ। ਉਹ ਬਹੁਤ ਕਾਲੇ ਖੇਡਦੇ ਸੀ ਤੇ ਇਸ ਕਰਕੇ ਉਹ ਜਾਲ 'ਚ ਫਸ ਗਏ ਛੇਤੀ। ਪਹਿਲਾਂ ਤਾਂ ਅਸੀਂ ਇਹ ਕਿਹਾ ਸੀ ਤੇ ਉਹ ਹਾਲੇ ਵੀ ਮੰਨਦੇ ਆ ਵੀ ਜੇ ਨਵਜੋਤ ਸਿੰਘ ਸਿੱਧੂ ਜਿਹੜਾ ਚੱਲ ਰਹੇ ਸੀ ਵੀ ਉਹ ਕਾਂਗਰਸ ਪਾਰਟੀ ਦੇ ਪੰਜਾਬੀਆਂ ਦੇ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਨਵਾਂ ਜਾਲ ਹੈ, ਪਰ ਉਸ ਜਾਲ 'ਚ ਖੁਦ ਵੀ ਫਸ ਗਏ ਨੇ। ਉਹ ਕਿੱਦਾਂ ਫਸ ਗਏ ਨੇ ਵੀ ਹਾਈ ਕਮਾਨ ਨੇ ਉਹਨੂੰ ਪ੍ਰਧਾਨ ਬਣਾ ਕੇ ਸੋਚਿਆ ਵੀ ਇੱਥੋਂ ਪਹਿਲਾਂ ਕਿ ਇਹ ਕਿਤੇ ਇੱਥੋਂ ਬਾਗੀ ਹੋ ਕੇ ਆਮ ਆਦਮੀ ਪਾਰਟੀ ਚੱਲ ਜਾਵੇ ਜਾਂ ਕਿਤੇ ਹੋਰ ਚੱਲ ਜਾਵੇ ਜਾਂ ਆਪਣੀ ਪਾਰਟੀ ਬਣਾ ਲਵੇ, ਕਾਂਗਰਸ ਦਾ ਵੱਡਾ ਨੁਕਸਾਨ ਕਰੇਗਾ। ਉਹ ਵੱਡੇ ਨੁਕਸਾਨ ਤੋਂ ਬਚਾਉਣ ਲਈ ਇਹਨੂੰ ਦੇ ਦਿਓ ਪ੍ਰਧਾਨਗੀ, ਦੇ ਦਿਓ ਤਾਂ ਕਿ ਉੱਥੇ ਹੋ ਜਾਂਦਾ। ਤੇ ਪ੍ਰਧਾਨਗੀ ਦੇ ਦਿੱਤੀ ਤੇ ਪ੍ਰਧਾਨਗੀ ਤੋਂ ਗਾਂਹ ਜਿਹੜੀਆਂ ਰਾਜਨੀਤਿਕ ਇੱਛਾਵਾਂ ਉਹਨੇ ਪਾ ਲਈਆਂ ਸੀ ਉਹ ਪੂਰੀਆਂ ਕਰਨ ਵਾਸਤੇ ਉਹਨੇ ਬਹੁਤ ਤੇਜ਼ ਬੈਟਿੰਗ ਸ਼ੁਰੂ ਕਰ ਦਿੱਤੀ, ਜਿਹਦਾ ਨਤੀਜਾ ਹੋਇਆ ਕਿ ਉਹਦੇ 'ਚ ਉਲਝ ਕੇ ਰਹਿ ਗਿਆ। ਨਾ ਹੁਣ ਇੱਧਰ ਦੇ ਆ ਨਾ ਉੱਧਰ ਦੇ ਆ। ਤੇ ਖਬਰਾਂ ਇਹ ਵੀ ਹੈ ਵੀ ਪੋਸੀਬਿਲਿਟੀ ਹੈ ਵੀ ਇੰਨੇ ਟਾਈਟ ਹੋ ਜਾਣ ਉਹਨਾਂ ਨੂੰ ਇਹ ਲੱਗੇ ਵੀ ਇਹ ਤਾਂ 2022 ਦੀਆਂ ਚੋਣਾਂ ਤੋਂ ਬਾਅਦ ਵੀ ਕੈਪਟਨ ਨੂੰ ਕਹੀ ਜਾਂਦੇ ਮੁੱਖ ਮੰਤਰੀ ਲਾਉਣਾ, ਹਾਈਕਮਾਨ ਤੇ ਇੱਥੇ ਖੜਾ, ਤਾਂ ਫੇਰ ਉਹ ਕੋਈ ਨਾ ਕੋਈ ਸਟੈਪ ਜਿਹੜਾ ਚੁੱਕ ਸਕਦੇ ਆ। ਤੇ ਉਹਦੇ 'ਚ ਵੀ ਨਿਗਾਹ ਹੈ ਅਰਵਿੰਦ ਕੇਜਰੀਵਾਲ ਦੀ। ਸੋ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਸ ਨਜ਼ਰਾਂ ਹੀ ਰੱਖ ਰਹੀ ਹੈ, ਕਦੀ ਕਿਸੇ ਤੇ ਕਦੀ ਕਿਸੇ ਤੇ। ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਨਜ਼ਰ ਨਹੀਂ ਆ ਰਿਹਾ। ਭਗਵੰਤ ਮਾਨ ਨੂੰ ਸੀਐਮ ਦਾ ਕੈਂਡੀਡੇਟ ਐਲਾਨਣ ਦੇ ਨਾਲ ਕੋਈ ਆਮ ਆਦਮੀ ਪਾਰਟੀ ਪੰਜਾਬ 'ਚ ਕੋਈ ਇਨਕਲਾਬੀ ਸਥਿਤੀ ਲਿਆ ਦੂਗੀ, ਇਹ ਗੱਲ ਨਹੀਂ ਹੈ। ਪਰ ਇੱਕ ਬੰਦਾ ਲਗਾਤਾਰ ਡਟਿਆ ਹੋਇਆ, ਲੜ ਰਿਹਾ ਹੈ, ਸਾਰਿਆਂ ਦੇ ਵਿਰੋਧ ਬਰਦਾਸ਼ਤ ਕਰ ਰਿਹਾ ਹੈ, ਨਿੱਜੀ ਜੀਵਨ ਦੀਆਂ ਉਹਦੀਆਂ ਕਈ ਸਮੱਸਿਆਵਾਂ, ਉਹਦੇ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ, ਉਹਦੇ 'ਚੋਂ ਵੀ ਨਿਕਲ ਕੇ ਆਇਆ ਉਹ। ਤੇ ਉਹ ਜਿਹੜਾ ਇੱਕ ਕਿਸਮ ਦਾ ਕਹਿ ਲਓ ਵੀ ਮਾਨਸਿਕ ਤਣਾਅ ਦੇ ਵਿੱਚੋਂ ਵੀ ਲੰਘਿਆ। ਤੇ ਹੁਣ ਬੰਦਾ ਤਾਂ ਬੰਦਾ ਹੀ ਹੁੰਦਾ ਜੀ, ਜੇ ਉਹਨੂੰ ਪਾਸੇ ਕਰਕੇ ਕਿਸੇ ਹੋਰ ਨੂੰ ਲੈ ਕੇ ਆਉਣਗੇ ਤੇ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਵੱਡਾ ਸੰਕਟ ਹੈ। ਮੈਂ ਦਸਾਂ ਸਾਹਿਬ ਸਮਾਂ ਪੜਾਉਣ ਵਾਲਾ, ਮੈਂ ਤੁਹਾਨੂੰ ਇਹ ਤੁਹਾਡੀ ਗੱਲ 'ਚੋਂ ਹੀ ਦੋ ਗੱਲਾਂ ਮੈਨੂੰ ਲੱਗ ਰਹੀਆਂ ਨੇ। ਇੱਕ ਗੱਲ ਤੇ ਇਹ ਆ, ਮੰਨ ਲਓ ਜੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਅੱਜ ਹੀ ਐਲਾਨ ਦਿੰਦੇ ਆ ਕੇਜਰੀਵਾਲ ਨਹੀਂ, ਜਾਂ ਅੱਗੇ ਚੱਲ ਕੇ ਹਫ਼ਤੇ ਬਾਅਦ 2 ਹਫ਼ਤੇ ਬਾਅਦ ਐਲਾਨ ਦਿੰਦੇ ਆ, ਉਹਦੇ ਨਾਲ ਪਾਰਟੀ ਨੂੰ ਕਿੰਨਾ ਕੁ ਬੂਸਟ ਮਿਲੂਗਾ ਕਿ ਪਾਰਟੀ ਨੂੰ ਨੁਕਸਾਨ ਹੋਏਗਾ? ਇੱਕ ਗੱਲ ਤੇ ਦੂਜੀ ਗੱਲ ਜਿਹੜੇ ਚਿਹਰੇ ਆਪਣਾ ਸਵਾਲ ਦੁਹਰਾਓ ਜੀ, ਤੁਹਾਡੀ ਆਵਾਜ਼ ਮੈਨੂੰ ਬਿਲਕੁਲ ਨਹੀਂ ਆ ਰਹੀ। ਮੇਰਾ ਸਵਾਲ ਇਹ ਸੀ ਕਿ ਜੇ ਭਗਵੰਤ ਮਾਨ ਹੈਰਾਨ ਨੂੰ ਕੇਜਰੀਵਾਲ ਨਹੀਂ ਆਮ ਆਦਮੀ ਪਾਰਟੀ ਦੇ ਵਾਸਤੇ ਸੀਐਮ ਦਾ ਚਿਹਰਾ ਐਲਾਨ ਦਿੰਦੇ ਆ ਤੇ ਉਹਦੇ ਨਾਲ ਪਾਰਟੀ ਨੂੰ ਕਿੰਨਾ ਕੁ ਲਾਭ ਹੋਏਗਾ ਜਾਂ ਨੁਕਸਾਨ ਹੋਏਗਾ? ਦੂਜੀ ਗੱਲ ਇਹ ਜਿਹੜੀਆਂ ਕਿਆਸ ਰਾਈਆਂ ਕਿ ਕਦੀ ਬਰਜਿੰਦਰ ਕੌਰ ਦਾ ਨਾਂ ਆਉਂਦਾ, ਕਦੀ ਨਵਜੋਤ ਤੇ ਡੋਰੇ ਪਾਏ ਜਾਂਦੇ ਆ, ਕਦੀ ਕਿਸੇ ਤੇ ਪਾਏ ਜਾਂਦੇ ਆ, ਇਹ ਕਿਆਸ ਰਾਈਆਂ ਨੇ ਕਿ ਹਕੀਕਤ ਵਿੱਚ ਕੋਈ ਫੈਕਟ ਵੀ ਨੇ ਕਿ ਕੇਜਰੀਵਾਲ ਨੇ ਕੋਸ਼ਿਸ਼ਾਂ ਕੀਤੀਆਂ ਨੇ ਕਿ ਇਹ ਨਹੀਂ ਤੇ ਉਹ ਨਹੀਂ ਤੇ ਉਹ ਨਹੀਂ ਤੇ ਉਹ ਕੋਈ ਤੇ ਬੰਦਾ ਲੱਭ ਜੇ? ਕੀ ਇਦਾਂ ਸੱਚੀ ਮੁੱਚੀ ਹੋ ਵੀ ਰਿਹਾ ਜਾਂ ਮੀਡੀਆ ਵਿੱਚ ਹੀ ਚੱਲ ਰਿਹਾ? ਇਹ ਤਾਂ ਪਹਿਲੀ ਗੱਲ ਤਾਂ ਜਿਹੜਾ ਸਵਾਲ ਤੁਹਾਡਾ ਤੇ ਮੀਡੀਆ 'ਚ ਹੀ ਹੈ ਜੀ। ਇਹ ਕੋਈ ਏਦਾਂ ਦੀ ਕੋਈ ਐਕਸਰਸਾਈਜ਼ ਨਹੀਂ ਹੋਈ। ਇਹ ਤਾਂ ਕੁਝ ਚੀਜ਼ਾਂ ਜਿਹੜੀਆਂ ਮੀਡੀਆ 'ਚ ਆਪ ਵੀ ਪੈਦਾ ਕੀਤੀਆਂ ਜਾਂਦੀਆਂ, ਕਈ ਲੋਕ ਦੇਖਦੇ ਹੁੰਦੇ ਆ ਵੀ ਹਾਂ ਇੱਥੋਂ ਕੀ ਹੋ ਸਕਦਾ ਕੀ ਨਹੀਂ। ਇਹ ਪੋਸੀਬਿਲਿਟੀ ਵੀ ਨਹੀਂ ਹੈ ਤੇ ਨਾ ਹੀ ਕੋਈ ਉੱਥੋਂ ਦਿੱਲੀੋਂ ਜਾਂ ਅਰਵਿੰਦ ਕੇਜਰੀਵਾਲ ਵੱਲੋਂ ਕੋਈ ਏਦਾਂ ਦੀ ਕੋਸ਼ਿਸ਼ ਹੋਈ ਹੈ। ਦੂਜੀ ਜਿਹੜੀ ਗੱਲ ਹੈ ਜੀ, ਭਗਵੰਤ ਮਾਨ ਨੂੰ ਅੱਜ ਸੀਐਮ ਦਾ ਚਿਹਰਾ ਐਲਾਨ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਉਹਦਾ ਦੇਖੋ ਨੁਕਸਾਨ ਤਾਂ ਬਹੁਤਾ ਕੋਈ ਮੰਦੀਦਾ ਨਹੀਂ ਆ। ਫਾਇਦਾ ਇਹ ਹੋ ਸਕਦਾ ਕਿ ਉਹ ਸਟੇਬਲ ਹੋ ਜਾਏਗੀ, ਆਮ ਆਦਮੀ ਪਾਰਟੀ ਜਿਹੜੀ ਆ ਉਹ ਕੰਟੀਨਿਊ ਕਰ ਸਕੇਗੀ, ਇਲੈਕਸ਼ਨ ਕੰਪੇਨ ਜਿਹੜੀ ਹੈ ਇੱਕ ਦਿਸ਼ਾ ਚੱਲ ਜਾਏਗੀ ਤੇ ਜਿਹੜੀ ਭਰਮ ਭੁਲੇਖੇ ਆ ਉਹ ਦੂਰ ਹੋ ਜਾਣਗੇ। ਦੇਖੋ ਪੋਪੂਲੈਰਿਟੀ ਦੇ ਲੈਵਲ ਤੇ ਗੱਲ ਕਰਨੀ ਹੋਵੇ ਤਾਂ ਤੁਸੀਂ ਜਿਹੜਾ ਮਰਜ਼ੀ ਲੀਡਰ ਕੋਈ ਲੈ ਆਓ, ਜਿਹੜਾ ਮਰਜ਼ੀ ਲੀਡਰ ਲੈ ਆਓ, ਤਾਂ ਉਹ ਭਗਵੰਤ ਮਾਨ ਦੇ ਬਰਾਬਰ ਖੜਦਾ ਨਹੀਂ ਆ। ਕੱਲ ਨੂੰ ਸੁਖਜਿੰਦਰ ਰੰਧਾਵਾ ਨੂੰ ਲੈ ਆਉਣ ਜੀ, ਕਾਂਗਰਸ ਤੋਂ ਬਾਗੀ ਹੋ ਗਏ ਆ ਜੀ, ਜਾਂ ਕੱਲ ਨੂੰ ਸੇਵਾ ਸਿੰਘ ਸੇਖਵਾਂ ਨੂੰ ਕਹਿ ਦੇਣ ਜੀ। ਇਹ ਸੇਵਾ ਸਿੰਘ ਸੇਖਵਾਂ ਕਿੱਥੇ ਖੜਦੇ ਆ ਭਗਵੰਤ ਮਾਨ ਦੇ ਮੁਕਾਬਲੇ? ਪੋਪੂਲੈਰਿਟੀ ਤਾਂ ਉਹਨੇ ਪ੍ਰਮਾਣਿਤ ਕੀਤੀ ਆ ਭਗਵੰਤ ਮਾਨ ਨੇ ਆਪਣੀ। ਦੂਜੀ ਵਾਰ MP ਜਦੋਂ ਚੁਣਿਆ ਗਿਆ, ਮਤਲਬ ਸਾਰੇ ਵਿਰੋਧ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਬਹੁਤ ਬੁਰੀ ਹਾਲਤ ਚਲ ਗਈ ਸੀ, ਉਹਦੇ ਬਾਵਜੂਦ ਵੀ ਉਹ ਰਿਪੀਟ ਹੋਇਆ ਐਜ਼ MP 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਿਆ।
ਘਾਗ ਕੈਂਡੀਡੇਟ ਹਰਾਏ ਉਹਨੇ, ਪਹਿਲਾਂ ਵੀ ਦੂਜੀ ਵਾਰੀ ਵੀ ਵਿਜੇਂਦਰ ਸਿੰਗਲਾ ਵਰਗੇ ਹਰਾਏ ਉਹਨੇ, ਸੁਖਦੇਵ ਸਿੰਘ ਢੀਂਡਸੇ ਵਰਗੇ ਹਰਾਏ। ਤੇ ਦੇਖੋ ਪਪੂਲੈਰਿਟੀ ਦੇ ਮਾਮਲੇ 'ਚ ਸਿਰਫ ਜੇ ਕੋਈ ਬਰਾਬਰ ਦੀ ਟੱਕਰ ਦੇ ਸਕਦਾ ਜਾਂ ਥੋੜਾ ਹੱਥ ਉੱਪਰ ਹੋ ਸਕਦਾ, ਜੇ ਕੱਲ ਨੂੰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਉਂਦੇ ਆ, ਜਿੱਦਾਂ ਪਹਿਲਾਂ ਵੀ ਗੱਲ ਚੱਲਦੀ ਸੀ, ਜਦਕਿ ਇਹਦੀ ਵੀ ਸੰਭਾਵਨਾ ਨਹੀਂ ਹੈ, ਉਹ ਤਾਂ ਕਿਤੇ ਨਾ ਕਿਤੇ ਗੱਲ ਮੰਨੀ ਜਾ ਸਕਦੀ ਸੀ। ਤੇ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਭਗਵੰਤ ਮਾਨ ਵੀ ਕਿਸੇ ਹੱਦ ਤੱਕ ਪ੍ਰਵਾਨ ਕਰ ਲੈਂਦੇ। ਇਸ ਲੈਵਲ ਤੇ ਵੀ ਨੈਸ਼ਨਲ ਸੀਨ ਦੇ ਉੱਤੇ ਲਿਆਉਣ 'ਚ ਭਗਵੰਤ ਮਾਨ ਨੂੰ ਨਵਜੋਤ ਸਿੰਘ ਸਿੱਧੂ ਦਾ ਵੀ ਇੱਕ ਬਹੁਤ ਵੱਡਾ ਹੱਥ ਹੈ, ਜਦੋਂ ਉਹ ਕਮੇਡੀਅਨ ਦੇ ਤੌਰ ਦੇ ਉੱਤੇ ਨੈਸ਼ਨਲ ਸੀਨ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਸੀ, ਹੋਰ ਕਿਸੇ ਨੂੰ ਨਹੀਂ। ਤੇ ਉਹਦੇ ਬਰਾਬਰ ਕੋਈ ਖੜਦਾ ਵੀ ਨਹੀਂ। ਨੁਕਸਾਨ ਕੋਈ ਨਹੀਂ ਆ, ਸਟੇਬਲ ਹੋ ਜਾਏਗੀ ਆਮ ਆਦਮੀ ਪਾਰਟੀ ਦੀ ਕੰਪੇਨ, ਚੱਲ ਪਏਗੀ ਤੇ ਥੋੜਾ ਬਹੁਤ ਲਾਭ ਵੀ ਹੋ ਸਕਦਾ। ਜਿਹੜੇ ਲੋਕ ਏਦਾਂ ਦੀ ਚਰਚਾ ਕਰਦੇ ਆ ਵੀ ਉਹਨੂੰ ਕਿਸੇ ਨੇ ਪ੍ਰਵਾਨ ਨਹੀਂ ਕਰਦਾ, ਕੌਣ ਹੈ ਪ੍ਰਵਾਨ ਨਾ ਕਰਨ ਵਾਲਾ? ਹੈ ਹੀ ਨਹੀਂ ਕੋਈ ਲੀਡਰਸ਼ਿਪ ਦੇ ਵਿੱਚ। ਕਿਹੜਾ ਬੰਦਾ ਹੋਰ ਦੱਸ ਦਿਓ ਮੈਨੂੰ ਅਪੋਜ਼ ਕਰ ਸਕਦਾ ਹਰਪਾਲ ਚੀਮਾ ਨੂੰ, ਜਾਂ ਬਲਜਿੰਦਰ ਕੌਰ ਅਪੋਜ਼ ਕਰ ਸਕਦੀ ਹੈ? ਲੀਡਰਸ਼ਿਪ ਦੇ ਬੰਦੇ ਹੀ ਹੈ ਨਹੀਂ ਉਹਨਾਂ ਦੇ ਕੋਲ, ਕਿਹਨੇ ਅਪੋਜ਼ ਕਰਨਾ? ਪਰ ਮਾੜੇ ਮੋਟੇ ਥੱਲੇ ਸਥਾਨਕ ਪੱਧਰ ਤੇ ਗੱਲਾਂ ਚੱਲਦੀਆਂ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਪਰ ਆਮ ਆਦਮੀ ਪਾਰਟੀ ਨੂੰ, ਸਪੈਸ਼ਲੀ ਅਰਵਿੰਦ ਕੇਜਰੀਵਾਲ ਨੂੰ, ਦੋ ਗੱਲਾਂ ਕਰਨ ਦੀ ਜ਼ਰੂਰਤ ਹੈ। ਦੇਖੋ ਅਸੀਂ ਤਾਂ ਚਾਹੀਦਾ ਦੀ ਸਿਆਸਤ ਦੇ ਉਦਾਂ ਹੀ ਹੱਕ 'ਚ ਨਹੀਂ ਹੈ, ਪਰ ਚੱਲ ਪਈ ਹੈ ਗੱਲ, ਇੱਕ ਤਾਂ ਉਹ ਫਿਰ ਇਹਨੂੰ ਸਪਸ਼ਟ ਕਰਨ। ਦੂਜੀ ਗੱਲ ਇਹ ਹੈ ਵੀ ਉਹ ਪੰਜਾਬ ਦਾ ਏਜੰਡਾ ਲੈ ਕੇ ਆਉਣ। ਹਾਲੇ ਵੀ ਇੱਕ ਚਾਂਸ ਹੈ ਆਮ ਆਦਮੀ ਪਾਰਟੀ, ਜਿੱਦਾਂ ਦੀ ਹਾਲਤ ਵੱਖ-ਵੱਖ ਪਾਰਟੀਆਂ ਦੀ ਹੈ, ਉਹਦੇ ਜੇ ਆਮ ਆਦਮੀ ਪਾਰਟੀ ਕਲੀਅਰ ਕੱਟ ਸਟੈਂਡ ਲਏਗੀ ਪੰਜਾਬ ਦੀਆਂ ਮੰਗਾਂ ਦੇ ਉੱਤੇ, ਪੰਜਾਬ ਦੇ ਮਸਲਿਆਂ ਦੇ ਉੱਤੇ, ਤੇ ਜਿਹੜੀ ਪਾਪੂਲਰ ਜਿਹੜੀ ਪੋਲਿਟਿਕਸ ਹੈ ਉਹਦੇ ਵੱਲ ਬਹੁਤੀ ਨਾ ਪਵੇ, ਤੇ ਏਜੰਡੇ ਦੇ ਤੌਰ ਤੇ ਦਸਤਾਵੇਜ਼ੀ ਰੂਪ ਦੇ ਵਿੱਚ ਪੰਜਾਬੀਆਂ ਨੂੰ ਦੱਸਿਆ ਜਾਏ ਕਿ ਭਾਈ ਤੁਸੀਂ ਕੀ ਕਰੋ, ਫਿਰ ਸ਼ਾਇਦ ਥੋੜਾ ਬਹੁਤ ਜਿਹੜਾ ਆ ਰੀਚ ਉਹਨਾਂ ਦੀ ਵੱਧ ਸਕਦੀ। ਬਿਲਕੁਲ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਮਾਂ ਆਪਣਾ ਸਮਾਪਤ ਹੈ ਤੇ ਕੱਲ ਨੂੰ ਦੁਬਾਰਾ ਮਿਲਦੇ ਹਾਂ, ਕੁਝ ਨਵੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਜੀ। ਸ਼ੁਕਰੀਆ ਜੀ, ਮਿਹਰਬਾਨੀ।